ਪੀਏ ਭਾਗ ਪਹਿਲਾ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਕਥਾ ਪੰਜਾਬ, ਜਿਸ ਦੇ ਸੰਪਾਦਕ ਡਾਕਟਰ ਹਰਭਜਨ ਸਿੰਘ ਹਨ, ਵਿੱਚ ਸ਼ਾਮਲ ਕੀਤੀ ਗਈ ਦਵਿੰਦਰ ਸਤਿਆਰਥੀ ਦੀ ਕਹਾਣੀ ਦਸੌਂਧਾ ਸਿੰਘ ਬਾਰੇ ਆਪਾਂ ਅੱਜ ਗੱਲ ਕਰਾਂਗੇ। ਅੱਜ ਦੇ ਲੈਕਚਰ ਵਿੱਚ ਆਪਾਂ ਦਵਿੰਦਰ ਸਤਿਆਰਥੀ ਦੀ ਪੰਜਾਬੀ ਕਹਾਣੀ ਨੂੰ ਦੇਣ, ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਅਤੇ ਦਸੌਂਧਾ ਸਿੰਘ ਦੇ ਵਿਸ਼ੇ ਵਸਤੂ ਬਾਰੇ ਆਪਾਂ ਗੱਲ ਕਰਾਂਗੇ, ਇਹਦਾ ਜ਼ਿਕਰ ਕਰਾਂਗੇ। ਉਸ ਦੇ ਵਿੱਚ ਆਏ ਪ੍ਰਮੁੱਖ ਪਾਤਰਾਂ ਦੀ ਗੱਲ ਕਰਾਂਗੇ, ਉਹਨਾਂ ਪਾਤਰਾਂ ਦਾ ਕਿਸ ਤਰ੍ਹਾਂ ਦਾ ਕਾਰਜ ਰਿਹਾ ਹੈ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਇਸ ਕਹਾਣੀ ਦੇ ਵਿੱਚ ਦਵਿੰਦਰ ਸਤਿਆਰਥੀ ਦਾ ਜਨਮ 1908 ਈਸਵੀ ਨੂੰ ਹੋਇਆ ਸੀ। ਉਹਨਾਂ ਨੇ ਸਾਰੀ ਉਮਰ ਇੱਕ ਲੇਖਕ ਦੇ ਤੌਰ 'ਤੇ ਗੁਜ਼ਾਰੀ। ਉਹਨਾਂ ਦੇ ਜਿਹੜੇ ਪ੍ਰਮੁੱਖ ਕਹਾਣੀ ਸੰਗ੍ਰਹਿ ਸੀਗੇ ਉਹ ਸੀਗੇ ਕੁੰਗਪੋਸ਼, ਸੋਨਾਗਾਚੀ, ਦੇਵਤਾ ਡਿੱਗ ਪਿਆ, ਲੰਕਾ ਦੇਸ਼ ਹੈ, ਕਲੁੰਬੂ, ਤਿੰਨ ਬੂਹਿਆਂ ਵਾਲਾ ਘਰ, ਪੈਰਿਸ ਦਾ ਆਦਮੀ, ਨੀਲੀ ਛਤਰੀ ਵਾਲਾ। ਇਹ ਵਿਦਿਆਰਥੀਓ ਉਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਸੀ। ਉਹਨਾਂ ਦੀ ਪੰਜਾਬੀ ਸਾਹਿਤ ਨੂੰ ਜਿਹੜੀ ਦੇਣ ਸੀ, ਪੰਜਾਬੀ ਕਹਾਣੀ ਨੂੰ ਦੇਣ ਸੀਗੀ, ਉਹ ਇਹ ਕਹਾਣੀ ਸੰਗ੍ਰਹਿ ਉਹਨਾਂ ਨੇ ਦਿੱਤੇ ਹੈ। ਦਵਿੰਦਰ ਸਤਿਆਰਥੀ ਸਾਰੀ ਉਮਰ ਦਿੱਲੀ ਰਿਹਾ। ਉਹਨਾਂ ਦੀ ਜਿਹੜੀ ਦਵਿੰਦਰ ਸਤਿਆਰਥੀ ਦੀ ਜਿਹੜੀ ਦੇਣ ਸੀਗੀ ਸਾਹਿਤ ਨੂੰ, ਉਹ ਇਕੱਲੀ ਸਿਰਫ ਪੰਜਾਬੀ ਭਾਸ਼ਾ ਨੂੰ ਨਹੀਂ ਸੀਗੀ, ਸਗੋਂ ਹੋਰ ਭਾਸ਼ਾਵਾਂ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਲਿਖਤਾਂ ਲਿਖੀਆਂ। ਜਿਸ ਤਰ੍ਹਾਂ ਦੱਸਿਆ ਗਿਆ ਕਿ ਦਵਿੰਦਰ ਸਤਿਆਰਥੀ ਬਹੁਭਾਸ਼ੀ ਬਹੁਰੂਪੀ ਸਾਹਿਤਕਾਰ ਸੀ। ਬਹੁਭਾਸ਼ੀ ਤੋਂ ਬਾਅਦ ਕਿ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਇਕੱਲਾ ਨਹੀਂ ਲਿਖਿਆ, ਸਗੋਂ ਭਾਰਤ ਦੀਆਂ ਹੋਰ ਭਾਸ਼ਾਵਾਂ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਰਚਨਾਵਾਂ ਲਿਖੀਆਂ। ਬਹੁਰੂਪੀ ਤੋਂ ਭਾਵ ਇਹ ਹੈ ਕਿ ਇੱਕ ਇਕੱਲੀ ਉਹਨਾਂ ਨੇ ਇੱਕੋ ਸਾਹਿਤਕ ਰੂਪ ਦੇ ਉੱਪਰ ਗੱਲ ਨਹੀਂ ਕੀਤੀ, ਸਗੋਂ ਲਗਭਗ ਸਾਰੇ ਸਾਹਿਤਕ ਰੂਪਾਂ ਦੇ ਉੱਪਰ ਉਹਨਾਂ ਨੇ ਗੱਲ ਕੀਤੀ ਹੈ। ਜਿਵੇਂ ਕਹਾਣੀਆਂ ਲਿਖੀਆਂ ਉਹਨਾਂ ਨੇ ਵੱਖ-ਵੱਖ ਜਿਹੜੇ ਸੀਗੇ ਸਾਡੇ ਲੋਕ ਸਾਹਿਤ ਨਾਲ ਸੰਬੰਧਿਤ ਲੋਕ ਗੀਤਾਂ ਨੂੰ ਇਕੱਠੇ ਕਰਕੇ ਉਹਦੇ 'ਤੇ ਵੀ ਕਲਮ ਚਲਾਈ ਕੀਤੀ ਹੈ। ਨਾਲ ਹੀ ਉਹਨਾਂ ਨੇ ਕਵਿਤਾ ਵੀ ਲਿਖੀ ਹੈ। ਹੋਰ ਵੀ ਸਾਹਿਤਕ ਰੂਪਾਂ ਦੇ ਉੱਪਰ ਉਹਨਾਂ ਦੀਆਂ ਰਚਨਾਵਾਂ ਸਾਨੂੰ ਮਿਲਦੀਆਂ। ਅਨੇਕਾਂ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਉਹਨਾਂ ਦੀ ਕਲਮ ਨਾਲ ਸੰਬੰਧਿਤ ਹਨ। ਇਸ ਨੂੰ ਸਭ ਤੋਂ ਵੱਧ ਪ੍ਰਸਿੱਧੀ ਲੋਕ ਗੀਤਾਂ ਦੇ ਸੰਗ੍ਰਹਿ ਕਰਤਾ ਅਤੇ ਵਿਆਖਿਆ ਦੇ ਰੂਪ ਵਿੱਚ ਮਿਲੀ। ਉਹਨਾਂ ਨੂੰ ਜਿਹੜੀ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਨਾ, ਉਹ ਉਹਨਾਂ ਨੇ ਜਿਹੜੇ ਲੋਕ ਗੀਤ ਇਕੱਠੇ ਕੀਤੇ ਸੀ ਸਾਡੇ ਸਮਾਜ ਦੇ ਵਿੱਚ, ਜਿਹੜੇ ਵਿਚਰ ਰਹੇ ਲੋਕ ਗੀਤ, ਉਹਨਾਂ ਦੇ ਗੱਲ ਉਹ ਕਰਦਾ, ਉਹਨਾਂ ਕਰਕੇ ਹੀ ਉਹਨਾਂ ਨੂੰ ਜ਼ਿਆਦਾ ਪ੍ਰਸਿੱਧੀ ਮਿਲੀ। ਪਿਛਲੇ ਕਈ ਸਾਲਾਂ ਤੋਂ ਸਤਿਆਰਥੀ ਕਾਵਿ ਅਤੇ ਕਹਾਣੀ ਦੀ ਸਾਧਨਾ ਅਟੁੱਟ ਨੇਮ ਵਾਂਗ ਨਿਭਾਈ ਜਾ ਰਿਹਾ। ਪਿਛਲੇ ਕਾਫੀ ਸਮੇਂ ਤੋਂ ਉਹਨਾਂ ਲਈ ਜਿਹੜਾ ਪ੍ਰਮੁੱਖ ਕੰਮ ਹੈਗਾ ਉਹਨਾਂ ਨਾਲ ਉਹ ਸਿਰਫ ਕਹਾਣੀ ਖੇਤਰ ਦੇ ਵਿੱਚ ਤੇ ਕਵਿਤਾ ਦੇ ਖੇਤਰ ਦੇ ਵਿੱਚ ਹੀ ਮਿਲਦਾ ਹੈ। ਆਪਣੀ ਵਿਲੱਖਣ ਸੰਰਚਨਾ ਵਿਧੀ ਸਦਕਾ ਸਤਿਆਰਥੀ ਸਾਹਿਤ ਪਾਠਕ ਤੋਂ ਕੁਝ ਫਾਸਲੇ ਉੱਪਰ ਹੀ ਟਿਕਿਆ ਰਹਿੰਦਾ ਹੈ। ਇਹਦਾ ਭਾਵ ਇਹ ਹੈ ਕਿ ਵਿਦਿਆਰਥੀਓ ਉਹ ਬੌਧਿਕ ਲੇਖਕ ਹੈ, ਉਹ ਆਪਣੀ ਗੱਲ ਕਹਿ ਜਾਂਦਾ ਹੈ, ਪਾਠਕ ਵਰਗ ਉਹ ਤੋਂ ਦੂਰ ਰਹਿੰਦਾ ਹੈ। ਕਈ ਥਾਵਾਂ ਦੇ ਉੱਪਰ ਪਾਠਕਾਂ ਨੂੰ ਉਹਦੀ ਗੱਲ ਸਮਝ ਨਹੀਂ ਲੱਗਦੀ। ਤੁਹਾਡੀ ਜਿਹੜੀ ਇਹ ਕਹਾਣੀ ਹੈਗੀ, ਇਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਜੇ ਸਟੱਡੀ ਕਰੋਗੇ ਫਿਰ ਹੀ ਸਮਝ ਲੱਗਦੀ ਹੈ। ਉਂਝ ਜੇਕਰ ਪਹਿਲੀ ਪੜ੍ਹ ਤੋਂ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਗੱਲ ਕੀ ਕਹਿ ਰਿਹਾ ਲੇਖਕ। ਇਸ ਤਰ੍ਹਾਂ ਦੀਆਂ ਉਹਦੀਆਂ ਕਹਾਣੀਆਂ ਦੇ ਵਿੱਚ ਇਹ ਚੀਜ਼ ਮਿਲਦੀ ਹੈ, ਕਵਿਤਾ ਦੇ ਵਿੱਚ ਉਹਦੀ ਇਹ ਚੀਜ਼ ਮਿਲਦੀ ਹੈ। ਪਾਠਕ ਵਰਗ ਉਹਦੀਆਂ ਲਿਖਤਾਂ ਤੋਂ ਦੂਰ ਰਹਿੰਦਾ। ਇਹ ਇੱਕ ਉਹਦੀ ਕਮਜ਼ੋਰੀ ਵੀ ਕਹਿ ਲਓ ਤੁਸੀਂ, ਕਿਉਂਕਿ ਪਾਠਕ ਵਰਗ ਚਾਹੁੰਦਾ ਜਿਹੜੀ ਵੀ ਚੀਜ਼ ਉਹ ਸਾਹਮਣੇ ਪੜ੍ਹ ਰਿਹਾ ਉਹਦੀ ਉਹਨੂੰ ਸਮਝ ਲੱਗੇ, ਪਰ ਉਹ ਕਈ ਥਾਵਾਂ ਦੇ ਉੱਪਰ ਬੌਧਿਕ ਗੱਲਾਂ ਕਰ ਜਾਂਦਾ। ਇਸ ਨਾਲ ਪਾਠਕ ਵਰਗ ਉਹਦੀਆਂ ਲਿਖਤਾਂ ਤੋਂ ਦੂਰ ਰਹਿੰਦਾ। ਇਹ ਉਹਨਾਂ ਦੀ ਲਿਖਤ ਦੀ ਇੱਕ ਕਮਜ਼ੋਰੀ ਵੀ ਕਹੀ ਜਾ ਸਕਦੀ ਹੈ। ਉਸ ਨਾਲ ਨਿਸ਼ਚਿਤ ਭਾਵਕ ਸਾਂਝ ਪਾਉਣ ਲਈ ਕਠੋਰ ਸਾਧਨਾਂ ਦੀ ਲੋੜ ਹੈ। ਇਹਦਾ ਭਾਵ ਇਹ ਹੈ ਕਿ ਤੁਹਾਨੂੰ ਸਤਿਆਰਥੀ ਦੇ ਲੈਵਲ 'ਤੇ ਜਾਣਾ ਪਊਗਾ, ਫਿਰ ਹੀ ਉਹਦੀਆਂ ਲਿਖਤਾਂ ਦੀ ਤੁਹਾਨੂੰ ਸਮਝ ਪਊਗੀ। ਲਗਾਤਾਰ ਪ੍ਰਯੋਗ ਦਵਿੰਦਰ ਸਤਿਆਰਥੀ ਦਾ ਸਾਹਿਤ ਸਿਧਾਂਤ ਹੈ। ਦਸੌਂਧਾ ਸਿੰਘ ਉਹਨਾਂ ਗਿਣੀਆਂ ਚੁਣੀਆਂ ਕਹਾਣੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਧਰਤੀ ਅਤੇ ਮੌਸਮ ਨੂੰ ਵੀ ਇੱਕ ਮਨੁੱਖੀ ਪਾਤਰ ਵਾਂਗ ਕਥਾ ਬਣਤਰ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਧਰਤੀ ਤੇ ਮੌਸਮ ਜਿਹੜੇ ਕਿ ਮਹਿਸੂਸ ਕੀਤੇ ਜਾ ਸਕਦੇ ਆ, ਔਰ ਉਹਨਾਂ ਨੂੰ ਇੱਕ ਮਨੁੱਖ ਦੀ ਤਰ੍ਹਾਂ ਕਹਾਣੀ ਦੇ ਵਿੱਚ ਪੇਸ਼ ਕਰਨ ਦਾ ਜਿਹੜਾ ਹੁਨਰ ਹੈਗਾ, ਉਹ ਸਿਰਫ ਤੇ ਸਿਰਫ ਦਵਿੰਦਰ ਸਤਿਆਰਥੀ ਕੋਲ ਹੀ ਹੈ। ਇੱਥੇ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਸ ਕਹਾਣੀ ਦੇ ਵਿੱਚ ਜਿਹੜੀ ਧਰਤੀ ਤੇ ਮੌਸਮ ਸ਼ਾਮਲ ਕੀਤੇ ਗਏ ਨੇ ਪੰਜਾਬ ਤੋਂ ਬਾਹਰ ਦੇ, ਭਾਵ ਕਹਿਣ ਦਾ ਕਿ ਪੰਜਾਬ ਦੇ ਵਿੱਚ ਨਾ ਤਾਂ ਬਰਫ਼ ਪੈਂਦੀ ਹੈ, ਪੰਜਾਬ ਦੇ ਵਿੱਚ ਨਾ ਹੀ ਉਸ ਤਰ੍ਹਾਂ ਦਾ ਮੌਸਮ ਹੁੰਦਾ ਹੈ, ਨਾ ਹੀ ਉਸ ਤਰ੍ਹਾਂ ਦੀ ਪਹਾੜੀ ਧਰਤੀ ਹੈ ਜਿਸ ਤਰ੍ਹਾਂ ਦੀ ਧਰਤੀ ਦਾ ਜ਼ਿਕਰ ਲੇਖਕ ਨੇ ਇਸ ਕਹਾਣੀ ਦੇ ਵਿੱਚ ਕੀਤਾ ਹੈ। ਇਸ ਕਹਾਣੀ ਦੇ ਜਿਹੜੇ ਪ੍ਰਮੁੱਖ ਪਾਤਰ ਹੈਗੇ ਵਿਦਿਆਰਥੀਓ, ਪਹਿਲਾਂ ਉਹਨਾਂ ਦੀ ਜਾਣ ਪਛਾਣ ਦੇਖੋ। ਦਸੌਂਧਾ ਸਿੰਘ ਇੱਕ ਬੱਸ ਡਰਾਈਵਰ ਹੈਗਾ। ਇਹ ਬੱਸ ਲੈ ਕੇ ਜਾ ਰਿਹਾ ਹੈਗਾ ਪੰਜਾਬ ਦੇ ਪਠਾਨਕੋਟ ਤੋਂ ਸ਼੍ਰੀਨਗਰ ਤੱਕ। ਇੱਕ ਉਹਦਾ ਸਹਾਇਕ ਹੈ ਜਾਨੀ, ਇਹ ਬੱਸ ਕਲੀਨਰ ਹੈ। 3 ਸਵਾਰੀਆਂ ਉਸ ਬੱਸ ਦੇ ਵਿੱਚ ਹੈ ਤੇ ਹੋਰ ਵੀ ਕਾਫੀ ਸਮਾਨ ਹੈ ਵੈਸੇ ਬੱਸ ਦੇ ਵਿੱਚ। 3 ਸਵਾਰੀਆਂ ਡਰਾਮੇ ਦੇ ਕਲਾਕਾਰ ਹੈ। ਇਹ ਇੱਕ ਗੁਲਹਿਮ ਹੈ। ਗੁਲਹਿਮਾ ਦਾ ਜਿਹੜਾ ਸ਼ਬਦ ਦਾ ਅਰਥ ਹੈਗਾ ਬਰਫ਼ ਦਾ ਫੁੱਲ। ਇਹ ਹੀਰੋਇਨ ਹੈ, ਕਿਸੇ ਡਰਾਮੇ ਦੀ ਹੀਰੋਇਨ ਹੈ, ਨਾਇਕਾ ਹੈ ਕਿਸੇ ਡਰਾਮੇ ਦੀ।
ਅਖਤਰ ਉਸ ਡਰਾਮੇ ਦਾ ਡਾਇਰੈਕਟਰ ਹੈ, ਮਹੇਸ਼ ਡਾਇਲਾਗ ਲੇਖਕ ਹੈ ਉਸ ਡਰਾਮੇ ਦਾ। ਅਜੀਤ ਸਿੰਘ ਗਲਾਬੋ, ਗੁਜਰੀ, ਰਹੀਮੂ, ਇਹ ਸਾਰੇ ਕਹਾਣੀ ਦੇ ਵਿੱਚ ਹੋਰ ਪਾਤਰ ਹੈ ਜਿਹੜੇ ਪੇਸ਼ ਹੋਏ ਹੈ। ਜਿਹੜੇ ਸਿੱਧੇ ਰੂਪ ਦੇ ਵਿੱਚ ਪੇਸ਼ ਹੋਏ ਆ ਉਹਨਾਂ ਦੇ ਵਿੱਚੋਂ ਸਿਰਫ ਇਕੱਲਾ ਇੱਕ ਹੋਰ ਰਹੀਮੂ ਹੀ ਹੈ। ਅਜੀਤ ਤੇ ਗਲਾਬੋ ਹੈ ਜਿਹੜੇ ਇਸ ਕਹਾਣੀ ਦੇ ਵਿੱਚ ਦੂਸਰੇ ਲੇਖਕਾਂ ਦੀ ਗੱਲਬਾਤ ਤੋਂ ਪ੍ਰਗਟ ਹੁੰਦੇ ਆ। ਜਿਹੜਾ ਪੀਰ ਪੰਚਾਲ ਇੱਕ ਪਾਤਰ ਹੈਗਾ, ਇਹ J&K ਦਾ, ਜੰਮੂ ਕਸ਼ਮੀਰ ਦਾ ਇੱਕ ਤਰ੍ਹਾਂ ਦਾ ਕਹਿ ਸਕਦੇ ਪੀਰ ਹੈ, ਦੇਵਤਾ ਹੈ। ਜਿਵੇਂ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਪੀਰ ਤੇ ਦੇਵਤਾ ਮੰਨੇ ਜਾਂਦੇ ਸਾਡੇ ਲੋਕ ਵਿਸ਼ਵਾਸ ਦੇ ਵਿੱਚ, ਸਾਡੀ ਸ਼ਰਧਾ ਦੇ ਵਿੱਚ, ਉਸ ਤਰ੍ਹਾਂ ਦੀ ਇੱਕ ਸ਼ਰਧਾ, ਇੱਕ ਜਿਹੜੀ ਕਹਿ ਸਕਦੇ ਵਿਸ਼ਵਾਸ, ਉਹ ਪੀਰ ਪੰਚਾਲ ਦੇ ਉੱਪਰ ਵੀ ਕੀਤਾ ਜਾਂਦਾ। ਅਸਲ ਦੇ ਵਿੱਚ ਸ਼੍ਰੀਨਗਰ ਨੂੰ ਤੇ ਪਟਨੀਟਾਪ ਨੂੰ ਮਿਲਾਉਣ ਦੇ ਲਈ ਇੱਕ ਪਹਾੜੀ ਨੂੰ ਚੀਰ ਕੇ ਉਹਦੇ ਵਿੱਚ ਦੀ ਇੱਕ ਟਨਲ, ਉਹਦੇ ਵਿੱਚ ਦੀ ਇੱਕ ਸੁਰੰਗ ਖੋਦੀ ਗਈ ਹੈ। ਉਸ ਸੁਰੰਗ ਜਾਂ ਉਸ ਪਹਾੜ ਦੇ ਨੂੰ ਪੀਰ ਪੰਚਾਲ ਕਿਹਾ ਗਿਆ ਹੈ ਇਸ ਕਹਾਣੀ ਦੇ ਵਿੱਚ। ਹੁਣ ਆਪਾਂ ਇਸ ਕਹਾਣੀ ਦੀ ਜਿਹੜੀ ਚਰਚਾ ਕਰਦੇ ਹਾਂ। ਦਸੌਂਧਾ ਸਿੰਘ ਉਸ ਰਸਤੇ ਤੋਂ ਜਾਣੂ ਸੀ ਜਿਹੜੇ ਰਸਤੇ ਦੇ ਉੱਪਰ ਚੱਲ ਰਹੇ ਆ। ਬਨਿਹਾਲ ਤੋਂ 10 ਮੀਲ ਅੱਗੇ ਪਹਾੜ ਦੀ ਚੜ੍ਹਾਈ ਤੇ ਆਉਣ ਵਾਲੇ ਉਸ ਮੋੜ ਦਾ ਜ਼ਿਕਰ ਉਹ ਆਪਣੇ ਕਲੀਨਰ ਨਾਲ ਪਠਾਨਕੋਟ ਤੋਂ ਹੀ ਸ਼ੁਰੂ ਕਰ ਦਿੰਦਾ ਹੈ। ਸੜਕ ਦੇ ਉਹ ਖਰਬੂਜੇ ਦੀ ਫਾੜੀ ਵਰਗਾ ਟੁਕੜਾ ਬਹੁਤ ਬਦਨਾਮ ਸੀ। ਉੱਥੇ ਚੱਲਣਾ, ਉੱਥੇ ਡਰਾਈਵਿੰਗ ਕਰਨੀ ਬੜੀ ਔਖੀ ਸੀਗੀ। ਬਰਫ਼ਬਾਰੀ ਦੇ ਮੌਸਮ ਵਿੱਚ ਉੱਥੇ ਅਜਿਹੀ ਹਵਾ ਚੱਲਦੀ ਸੀ ਕਿ ਬਰਫ਼ ਪਹਾੜ ਦੀ ਉਚਾਈ ਤੋਂ ਢਲਕਣ ਲੱਗਦੀ ਸੀ ਤੇ ਸੜਕ ਜਿਹੜੀ ਉਹ ਰੁਕ ਜਾਂਦੀ ਹੈ। ਉਨੀ ਦਿਨੀ ਸਰਕਾਰੀ ਤੌਰ ਤੇ ਬਰਫ਼ ਹਟਾਉਣ ਦਾ ਕੰਮ ਚੱਲਦਾ ਹੀ ਰਹਿੰਦਾ ਸੀ ਤਾਂ ਜੋ ਟ੍ਰੈਫਿਕ ਜਾਮ ਨਾ ਹੋਏ, ਟ੍ਰੈਫਿਕ ਦੇ ਵਿੱਚ ਕੋਈ ਵਿਘਨ ਨਾ ਪਵੇ। ਅੱਜ ਮੌਸਮ ਸਾਫ਼ ਸੀ। ਬਟੌਤ ਵਿੱਚ ਰਾਤ ਗੁਜ਼ਾਰਨ ਪਿੱਛੋਂ ਦਸੌਂਧਾ ਸਿੰਘ ਸਟੀਅਰਿੰਗ ਫੜ ਕੇ ਬੈਠਾ ਤਾਂ ਉਹਨੇ ਕਿਹਾ, ਬੱਲੇ ਬੱਲੇ ਓਏ, ਅੱਜ ਤਾਂ ਘਬਰਾਉਣ ਦੀ ਲੋੜ ਹੀ ਨਹੀਂ ਬੱਚੂ। ਫਿਰ ਉਹਨੇ ਆਪਣੇ ਕਲੀਨਰ ਨੂੰ ਹੱਥ ਭਰ ਲੰਬੀ ਗਾਲ ਕੱਢ ਕੇ ਪਤਾ ਨਹੀਂ ਕਿਸ ਜਾਨਵਰ ਨਾਲ ਉਹਦਾ ਰਿਸ਼ਤਾ ਗੰਢ ਦਿੱਤਾ ਤੇ ਫਿਰ ਅਰਦਾਸ ਦੇ ਲਹਿਜੇ ਵਿੱਚ ਬੋਲਿਆ, ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਹੀ ਆਸਰਾ। ਗੱਡੀ ਵਿੱਚ 3 ਸਵਾਰੀਆਂ ਸਨ ਤੇ ਬਹੁਤ ਸਾਰਾ ਮਾਲ ਲੱਦਿਆ ਹੋਇਆ ਸੀ। ਦਸੌਂਧਾ ਸਿੰਘ ਨੇ ਸਾਹਮਣੇ ਸ਼ੀਸ਼ੇ ਵਿੱਚ ਵੇਖ ਕੇ ਕਿਹਾ, ਆਪ ਲੋਕ ਵਾਹਿਗੁਰੂ ਸੱਚੇ ਪਾਤਸ਼ਾਹ ਦੇ 2.5 ਟੋਟਰੂ ਹੀ ਤਾਂ ਹੋ, 2 ਮਰਦ 1 ਔਰਤ। ਸਵਾਰੀਆਂ ਵਿੱਚੋਂ ਇੱਕ ਮਰਦ ਬੋਲਿਆ, ਸਰਦਾਰ ਜੀ ਔਰਤ ਦੀ ਅੱਧੀ ਸਵਾਰੀ ਗਿਣ ਰਹੇ ਹੋ? ਤਾਂ ਟਿਕਟ ਵੀ ਅੱਧਾ ਹੀ ਲੱਗਣਾ ਚਾਹੀਦਾ। ਔਰਤ ਬੁਲਬੁਲ ਵਾਂਗ ਚਹਿਕੀ। ਇਹ ਉਹੀ ਔਰਤ ਹੈ ਜਿਹੜੀ ਡਰਾਮੇ ਦੀ ਨਾਇਕਾ ਹੈਗਾ, ਜਿਹਦੀ ਆਪਾਂ ਉੱਪਰ ਜ਼ਿਕਰ ਕੀਤਾ ਜਿਹੜੇ ਪਾਤਰ ਦਾ। ਬਨਿਹਾਲ ਗੇਟ ਉੱਤੇ ਗੱਡੀਆਂ ਰੁਕ ਗਈਆਂ। ਗੇਟ ਖੁੱਲ੍ਹਣ ਵਿੱਚ 20 ਮਿੰਟ ਰਹਿੰਦੇ ਸਨ। ਦਸੌਂਧਾ ਸਿੰਘ ਬੋਲਿਆ, 20 ਗੱਡੀਆਂ ਸਾਡੇ ਅੱਗੇ ਨੇ ਤੇ 5 ਪਿੱਛੇ, ਕੁੱਲ 26 ਹੋਈਆਂ। ਜਾਂ ਤਾਂ ਸਾਰੇ ਹੀ ਮਰਾਂਗੇ ਇੱਕ ਸਾਥ ਜਾਂ ਪਾਰ ਹੋ ਜਾਵਾਂਗੇ। ਮੌਸਮ ਤਾਂ ਖਰਾਬ ਨਹੀਂ। ਤੇ ਫਿਰ ਉਹਨੇ ਅਸਮਾਨ ਵੱਲ ਤੱਕ ਕੇ ਕਿਹਾ, ਤੇਰੀਆਂ ਤੂੰ ਹੀ ਜਾਣੇ ਵਾਹਿਗੁਰੂ, ਇੱਕ ਦਿਨ ਤਾਂ ਟਿਕਟ ਕਟਾਣਾ ਹੀ ਪਵੇਗਾ। ਇੱਕ ਦਿਨ ਤਾਂ ਕਹਿੰਦਾ ਮਰਨਾ ਹੀ ਹੋਊਗਾ ਤੇਰੇ ਕੋਲੇ ਆਉਣ ਦੇ ਲਈ। ਅਸੀਂ ਤਾਂ ਉੱਥੇ ਵੀ ਤੇਰੇ ਡਰਾਈਵਰ ਹੀ ਬਣਾਂਗੇ। ਉਧਰ ਹਮ ਕਲੀਨਰ ਨਹੀਂ ਕਰੇਗਾ ਉਸਤਾਦ। ਕਹਿੰਦਾ ਵੀ ਉਧਰ ਹਮ ਕਲੀਨਰੀ ਨਹੀਂ ਕਰੇਂਗੇ ਉਸਤਾਦ। ਜਿਹੜਾ ਉਹਦਾ ਸਹਾਇਕ ਹੈਗਾ ਨਾ, ਉਹ ਕਹਿੰਦਾ ਵੀ ਮੈਂ ਉੱਥੇ ਜਾ ਕੇ ਚਾਕਰੀ ਇਸ ਤਰ੍ਹਾਂ ਦੀ ਨਹੀਂ ਕਰੂੰਗਾ, ਮੈਂ ਉੱਥੇ ਕਲੀਨਰ ਦੇ ਤੌਰ ਤੇ ਨਹੀਂ ਕਰੂੰਗਾ, ਮੈਂ ਤਾਂ ਕੋਈ ਹੋਰ ਕੰਮ ਕਰੂੰਗਾ। ਕਲੀਨਰ ਨੇ ਟੋਕਿਆ, ਚੁੱਪ ਓਏ, ਆਲੂ ਵਿਖਾਰਿਆ। ਦਸੌਂਧਾ ਸਿੰਘ ਨੇ ਜਵਾਨ ਦੀ ਸਫਾਈ ਵਿਖਾਈ ਤੇ ਬੈਠੇ ਬੈਠੇ ਪਹਿਲੇ ਪਿੱਛੇ ਮੁੜ ਕੇ ਸਵਾਰੀਆਂ ਵੱਲ ਤੱਕਿਆ ਤੇ ਫਿਰ ਆਪਣੀ ਨਜ਼ਰ ਦਸੌਂਧਾ ਸਿੰਘ ਤੇ ਜਮਾ ਦਿੱਤੀ। ਚੁੱਪ ਹੋਏ ਜਾਨੀ ਚੋਰ ਦੇ ਕਸ਼ਹਿਰੇ। ਦਸੌਂਧਾ ਸਿੰਘ ਨੇ ਉਹਦੀ ਗੱਤ ਬਣਾ, ਹਾਲੇ ਤੈਨੂੰ ਆਉਂਦਾ ਹੀ ਕੀ ਏ। ਹੈਂਡਲ ਮਾਰ ਲਿਆ ਤੇ ਗੱਲਾਂ ਕਰ ਲਈਆਂ ਮਨ ਦੀਆਂ। ਕਹਿੰਦਾ ਵੀ ਤੈਨੂੰ ਜ਼ਿੰਦਗੀ ਬਾਰੇ ਹਜੇ ਕੀ ਪਤਾ, ਤੂੰ ਕਿਹੜਾ ਡਰਾਈਵਰੀ ਸਿੱਖਿਆ ਹਜੇ, ਤੈਨੂੰ ਕੀ ਪਤਾ ਹੈਗਾ ਜ਼ਿੰਦਗੀ ਦਾ। ਜਾਨੀ ਚੋਰ ਦੇ ਕਸ਼ਹਿਰੇ ਦਾ ਕੀ ਮਤਲਬ ਹੋਇਆ ਸਰਦਾਰ ਜੀ? ਔਰਤ ਨੇ ਹੱਸ ਕੇ ਪੁੱਛਿਆ। ਦਸੌਂਧਾ ਸਿੰਘ ਨੇ ਸਾਹਮਣੇ ਵਾਲੇ ਸ਼ੀਸ਼ੇ ਵਿੱਚ ਵੇਖ ਕੇ ਇਸ ਪਤਲੀ ਪਤੰਗ ਕੁੜੀ ਦੇ ਲੰਬੂਤਰੇ ਚਿਹਰੇ ਤੇ ਵੱਡੀਆਂ ਵੱਡੀਆਂ ਅੱਖਾਂ ਦਾ ਹਿਸਾਬ ਬਿਠਾਉਂਦਿਆਂ ਕਿਹਾ, 10ਮ ਪਾਤਸ਼ਾਹ ਬੋਲ ਗਏ ਬੀਬੀ। ਕੀ ਬੋਲ ਗਏ? 5 ਕਕਾਰ ਧਾਰਨ ਕਰੋ, ਕੜਾ ਕੇਸ ਕੰਘਾ ਕਿਰਪਾਨ। ਇਹ ਹੋਏ 4 ਤੇ 5ਵਾਂ ਕਸ਼ਹਿਰਾ।
ਇੱਕ ਵੇਰ ਸ਼ੈਤਾਨ ਗਲੀ ਵਿੱਚ, ਸ਼ੈਤਾਨ ਗਲੀ ਉਹੀ ਜਿਹੜਾ ਰਸਤੇ ਦੇ ਉੱਪਰੋਂ ਗੁਜ਼ਰਨਾ ਚਾਹੁੰਦੇ ਹੈਗੇ ਆ, ਜਿੱਥੇ ਮੈਕਸੀਮਮ ਵੱਧ ਤੋਂ ਵੱਧ ਬਰਫ਼ ਪੈਂਦੀ ਹੈਗੀ ਹੈ। ਜਿਹੜਾ ਸਭ ਤੋਂ ਖਤਰਨਾਕ ਸੜਕ ਹੈਗੀ ਹੈ ਉਹਦਾ ਨਾਮ ਉਹਨਾਂ ਨੇ ਸ਼ੈਤਾਨ ਗਲੀ ਰੱਖਿਆ ਹੋਇਆ ਹੈ, ਉਹਦਾ ਸੜਕ ਦਾ ਨਾਂ। ਕਹਿੰਦਾ ਵੀ ਇੱਕ ਵੇਰ ਸ਼ੈਤਾਨ ਗਲੀ ਵਿੱਚ ਬੇਲਚੇ ਨਾਲ ਬਰਫ਼ ਹਟਾਉਂਦੇ ਹੋਏ ਇਹਦਾ ਕਸ਼ਹਿਰਾ ਗੁੰਮ ਹੋ ਗਿਆ। ਅਸੀਂ ਇਹਨੂੰ ਇੱਕ ਕਸ਼ਹਿਰਾ ਜਿਹੜਾ ਆਪਣੇ ਲਈ ਜੰਮੂ ਤੋਂ ਸਲਾਇਆ ਸੀ ਕੱਢ ਕੇ ਦਿੱਤਾ। ਉਦੋਂ ਤੋਂ ਵਾਹਿਗੁਰੂ ਦੀ ਸਹੁੰ, ਇਹ ਸਾਡਾ ਜਾਨੀ ਚੋਰ ਆਪਣੀ ਤਨਖਾਹ ਵਿੱਚੋਂ ਕਦੀ ਕਸ਼ਹਿਰਾ ਨਹੀਂ ਸਲਾਉਂਦਾ। ਜਦ ਕਸ਼ਹਿਰੇ ਵਿੱਚ ਲੰਗਾਰ ਆ ਜਾਂਦੇ ਤਾਂ ਉਸਤਾਦ ਹੀ ਨਹੀਂ ਚਾਚਾ ਆਖ ਕੇ ਹੱਥ ਬੰਨ੍ਹਦਾ। ਕਹਿੰਦਾ ਵੀ ਸਾਡੇ ਇਹ ਦਿੱਤੇ ਹੋਏ ਕੱਪੜੇ ਪਾਉਂਦਾ। ਪਤਲੀ ਪਤੰਗ ਕੁੜੀ ਨੇ ਆਪਣੇ ਦੋਹਾਂ ਸਾਥੀਆਂ ਨੂੰ ਕਿਹਾ, ਚੰਗਾ ਹੋਵੇ ਕਿ ਸਰਦਾਰ ਜੀ ਨੂੰ ਵੀ ਅਸੀਂ ਆਪਣੇ ਕਿਸੇ ਡਰਾਮੇ ਵਿੱਚ ਪਾਰਟ ਦੇਈਏ। ਸਾਨੂੰ ਪਾਰਟ ਪਿੱਛੋਂ ਦੇਣਾ ਕਿਸੇ ਡਰਾਮੇ ਵਿੱਚ। ਦਸੌਂਧਾ ਸਿੰਘ ਨੇ ਗੇਟ ਖੁੱਲ੍ਹਣ ਦੀ ਖਬਰ ਸੁਣ ਕੇ ਕਿਹਾ, ਸ਼ੈਤਾਨ ਦੀ ਗਲੀ ਤੋਂ ਬਚਾਉਣਾ ਸੱਚੇ ਪਾਤਸ਼ਾਹ, ਬਚ ਗਏ ਤਾਂ ਡਰਾਮੇ ਵਿੱਚ ਪਾਰਟ ਵੀ ਕਰ ਲਵਾਂਗੇ। ਅਗਲੀਆਂ ਗੱਡੀਆਂ ਛੇਤੀ ਛੇਤੀ ਗੇਟ ਪਾਰ ਕਰ ਰਹੀਆਂ ਸਨ। ਦਸੌਂਧਾ ਸਿੰਘ ਨੇ ਵੀ ਗੇਟ ਪਾਰ ਕੀਤਾ। ਪੱਧਰ ਸੜਕ ਉੱਤੇ ਚੱਲਦੇ ਚੱਲਦੇ ਪਹਾੜ ਦੀ ਬੁਲੰਦੀ ਵੱਲ ਤੱਕ ਕੇ ਉਹਨੇ ਦੋਹਾਂ ਹੱਥਾਂ ਨਾਲ ਦੋਵੇਂ ਕੰਨ ਛੋਹ ਕੇ ਕਿਹਾ, ਸਤਿਨਾਮ ਸ੍ਰੀ ਵਾਹਿਗੁਰੂ, ਅਕਾਲ ਪੁਰਖ ਤੇਰਾ ਹੀ ਆਸਰਾ। ਤੇ ਦੁਬਾਰਾ ਕੰਨ ਛੋਹ ਕੇ ਗੱਡੀ ਚਲਾਉਂਦੇ ਹੋਏ ਬੋਲਿਆ, ਸੱਚੇ ਪਾਤਸ਼ਾਹ ਤੇਰੀ ਓਟ ਪੰਜ ਤੱਤ ਦਾ ਪੁਤਲਾ ਬਣਾਇਆ, ਕੋਈ ਡਰਾਈਵਰ ਤੇ ਕੋਈ ਕਲੀਨਰ, ਕੋਈ ਡਰਾਮੇ ਦਾ ਐਕਟਰ ਵੀ ਏ। ਤੇ ਫਿਰ ਉਹਨੇ ਪਤਲੀ ਪਤੰਗ ਕੁੜੀ ਦੇ ਲੰਬੂਤਰੇ ਚਿਹਰੇ ਦੀ ਲੰਬੂਤਰੀ ਠੋਡੀ ਤੇ ਵੱਡੇ ਸਾਰੇ ਤਿਲ ਉੱਤੇ ਜਿਵੇਂ ਆਪਣੀਆਂ ਪਲਕਾਂ ਵਿਛਾਉਂਦੇ ਹੋਏ ਕਿਹਾ, ਬੀਬੀ ਤੁਸੀਂ ਡਰਾਮਾ ਕਰਦੇ ਹੋ? ਆਪ ਜੀ ਨੂੰ ਕੌਣ ਸਾ ਪਾਰਟ ਮਿਲਦਾ ਹੈ? ਇੱਕ ਪੰਜਾਬੀ ਦੀ ਸੋਚ ਦੇ ਅਨੁਸਾਰ ਹਿੰਦੀ ਦੇ ਵਿੱਚ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਜਿਸ ਤਰ੍ਹਾਂ ਅਸੀਂ ਕੋਈ ਵੀ ਹਿੰਦੀ ਭਾਸ਼ੀ ਬੰਦੇ ਨਾਲ ਜਦੋਂ ਗੱਲ ਕਰਦੇ ਹਾਂ, ਘਰਾਂ ਦੇ ਵਿੱਚ ਕੰਮ ਕਰਨ ਵਾਲੇ ਜਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਉਹਦੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਤਰ੍ਹਾਂ ਇਹਨੇ ਵੀ ਉਹਦੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕੀਤੀ। ਪਤਲੀ ਪਤੰਗ ਕੁੜੀ ਦੇ ਇੱਕ ਸਾਥੀ ਨੇ ਸਰਦਾਰ ਜੀ ਦਾ ਮੋਢਾ ਥਾਪੜ ਕੇ ਕਿਹਾ, ਇਹ ਸਾਡੀ ਗੁਲਹਿਮਾ ਹੀਰੋਇਨ ਹੈ, ਤੋਂ ਘੱਟ ਪਾਰਟ ਤਾਂ ਕਰਦੀ ਨਹੀਂ। ਗੁਲਹਿਮਾ ਬੋਲੀ, ਇਹ ਸਾਡੇ ਡਾਇਰੈਕਟਰ ਨੇ ਸਰਦਾਰ ਜੀ, ਤੇ ਇਹ ਇਹਨਾਂ ਦੀ ਨਵਾਜ਼ਿਸ਼ ਹੈ ਕਿ ਮੈਨੂੰ ਹੀਰੋਇਨ ਬਣਾ ਲੈਂਦੇ ਨੇ। ਉਂਝ ਸੇਠ ਜੀ ਨੂੰ ਮੇਰਾ ਕੰਮ ਪਸੰਦ ਹੈ। ਡਾਇਰੈਕਟਰ ਨੇ ਕੁੱਕੜ ਵਾਂਗ ਧੌਣ ਅਕੜਾ ਕੇ ਕਿਹਾ, ਗੁਲਹਿਮਾ ਤੇਰਾ ਤਾਂ ਹੀਰੋਇਨ ਬਣਨ ਲਈ ਹੀ ਜਨਮ ਹੋਇਆ ਹੈ। ਇਹ ਗੱਲ ਸੇਠ ਜੀ ਕਈ ਵਾਰ ਆਖ ਚੁੱਕੇ ਨੇ। ਆਖਰ ਇਹ ਸਭ ਉਹਨਾਂ ਦੀ ਮਾਇਆ ਦਾ ਹੀ ਖੇਲ ਹੈ, ਕਿਉਂਕਿ ਜਿਹੜਾ ਡਰਾਮੇ ਦੇ ਉੱਪਰ, ਉਸ ਨਾਟਕ ਦੇ ਉੱਪਰ ਸਾਰਾ ਖਰਚ ਤਾਂ ਇੱਕ ਸੇਠ ਹੀ ਕਰ ਰਿਹਾ। ਤੀਸਰੇ ਸਾਥੀ ਨੇ ਬੜੀ ਨਰਮਾਈ ਨਾਲ ਕਿਹਾ, ਗੁਲਹਿਮਾ ਦੇ ਡਾਇਲਾਗ ਮੈਨੂੰ ਹੀ ਲਿਖਣੇ ਪੈਂਦੇ ਨੇ ਸਰਦਾਰ ਜੀ। ਅੱਛਾ, ਤਾਂ ਤੁਸੀਂ ਡਰਾਮੇ ਲਿਖਦੇ ਹੋ? ਸਰਦਾਰ ਜੀ ਨੇ ਤੇਜ਼ੀ ਨਾਲ ਗੱਡੀ ਦਾ ਸਟੀਅਰਿੰਗ ਘੁਮਾਉਂਦੇ ਹੋਏ ਕਿਹਾ, ਓਏ ਬੱਲੇ ਬੱਲੇ, ਸੱਚੇ ਪਾਤਸ਼ਾਹ ਸਾਡੇ ਦਸਮ ਪਾਤਸ਼ਾਹ ਨੇ ਵੀ ਵਿਚਿੱਤਰ ਨਾਟਕ ਲਿਖਿਆ ਸੀ। ਬਾਪੂ ਜੀ ਕਿਹਾ ਕਰਦੇ ਸਨ ਕਿ ਦਸਮ ਗੁਰੂ ਨੇ ਨਾਰੀ ਦੇ ਸਭ ਚਰਿੱਤਰ ਖੋਲ੍ਹ ਕੇ ਵਿਖਾਏ ਨੇ। ਇੱਕ ਵੇਰ ਸਾਡੀ ਦਾਦੀ ਨੇ ਪੁੱਛਿਆ, ਪੁੱਤਰ ਕੀ ਮੇਰੇ ਵਿੱਚ ਵੀ ਨਾਰੀ ਵਾਲੇ ਚਰਿੱਤਰ ਨੇ? ਬਾਪੂ ਜੀ ਨੇ ਬੋਲੇ, ਤੂੰ ਸਾਡੀ ਮਾਤਾ ਹੈ, ਇਸ ਲਈ 2-4 ਘੱਟ ਜਾਂ 2-4 ਵੱਧ। ਤੇ ਫਿਰ ਦਸੌਂਧਾ ਸਿੰਘ ਨੇ ਪਹਾੜ ਦੀ ਬੁਲੰਦੀ ਦਾ ਖਿਆਲ ਕਰਦੇ ਹੋਏ ਕਿਹਾ, ਹੁਣ ਸ਼ੈਤਾਨ ਗਲੀ ਦੂਰ ਨਹੀਂ, ਸਾਡੇ 2.5 ਟੋਟਰੂ ਦੀ ਜ਼ਿੰਮੇਵਾਰੀ ਤੇਰੇ ਉੱਤੇ ਹੈ ਸੱਚੇ ਪਾਤਸ਼ਾਹ। ਅੱਜ ਸ਼ੈਤਾਨ ਗਲੀ ਦੇ ਨਾਟਕ ਵਿੱਚੋਂ ਕੱਢ ਲੈ, ਚਲੋ ਸਹੀ ਸਲਾਮਤ। ਬਰਫ਼ ਨਾਲ ਕੀ ਜਰਾਨਾ, ਓਏ ਬੱਲੇ ਬੱਲੇ, ਸਾਡੀ ਯਾਰੀ ਤਾਂ ਅੱਗ ਨਾਲ ਹੈ, ਜਿਹੜੀ ਪੰਜ ਤੱਤ ਦੇ ਪੁਤਲੇ ਦੀ ਮਾਂ ਵੀ ਏ ਤੇ ਉਹਨੂੰ ਖਾਣ ਵਾਲੀ ਵੀ ਏ। ਦੇਖੋ ਵਿਦਿਆਰਥੀਓ, ਲੇਖਕ ਨੇ ਬੜੀ ਡੂੰਘਾਈ ਦੇ ਨਾਲ ਕਈ ਗੱਲਾਂ ਦੇ ਬੜੇ ਡੂੰਘੇ ਅਰਥ ਦਿੱਤੇ ਹੈ। ਕਹਿੰਦਾ ਵੀ ਸਾਡੀ ਯਾਰੀ ਤਾਂ ਅੱਗ ਨਾਲ ਹੈ। ਅੱਗ ਜੀਵਨ ਵੀ ਦਿੰਦੀ ਹੈ, ਭੋਜਨ ਬਣਾਉਣ ਦੀ ਖਾਤਰ ਜਾਂ ਠੰਡ ਤੋਂ ਬਚਾਉਣ ਦੀ ਖਾਤਰ ਜਾਂ ਮਨੁੱਖੀ ਸਰੀਰ ਨੂੰ ਚਲਾਉਣ ਦੀ ਖਾਤਰ ਅੱਗ ਦੀ ਜ਼ਰੂਰਤ ਹੈਗੀ ਹੈ। ਪੰਜ ਤੱਤ ਦੇ ਪੁਤਲੇ ਦੀ ਮਾਂ ਵੀ ਹੈ ਕਹਿੰਦਾ ਉਹ, ਤੇ ਉਹਨੂੰ ਖਾਣ ਵਾਲੀ ਵੀ, ਜਦੋਂ ਮਨੁੱਖ ਮਰ ਜਾਂਦਾ ਤੇ ਉਹਨੂੰ ਸਮੇਟਣ ਵਾਲੀ ਵੀ ਅੱਗ ਹੀ ਹੈ। ਉਹਦੇ ਵਿੱਚ ਉਸ ਪੰਜ ਤੱਤ ਦੇ ਸਰੀਰ ਨੂੰ ਮਚਾ ਦਿੱਤਾ ਜਾਂਦਾ ਹੈ। ਸੜਕ ਦੇ ਕਿਨਾਰੇ ਇੱਕ ਥਾਂ ਦਸੌਂਧਾ ਸਿੰਘ ਨੇ ਗੱਡੀ ਰੋਕ ਦਿੱਤੀ। ਪਿੱਛੇ ਵਾਲੀਆਂ ਗੱਡੀਆਂ ਅੱਗੇ ਨਿਕਲ ਗਈਆਂ। ਕਿਉਂ ਗਏ ਸਰਦਾਰ ਜੀ? ਗੁਲਹਿਮਾ ਨੇ ਹੈਰਾਨ ਹੋ ਕੇ ਪੁੱਛਿਆ। ਦਸੌਂਧਾ ਸਿੰਘ ਨੇ ਗੱਡੀ ਚੋਂ ਬਾਹਰ ਨਿਕਲ ਕੇ ਕਿਹਾ, ਓਏ ਜਾਨੀ ਚੋਰ ਦਿਆ ਕਛਹਿਰਿਆ, ਬਾਹਰ ਆ ਕੇ ਵੇਖ ਹਵਾ ਦੀ ਨਬਜ਼ ਕੀ ਦੱਸ ਰਹੀ ਏ। ਜਾਨੀ ਚੋਰ ਬਾਹਰ ਨਿਕਲਿਆ ਤਾਂ ਖਿੜਕੀ ਵਿੱਚ ਫਸ ਕੇ ਉਹਦੀ ਪੱਗ ਸੜਕ ਉੱਤੇ ਜਾ ਡਿੱਗੀ।
ਉਹਨੇ ਮੁੜ ਕੇ ਕੇਸਾਂ ਦਾ ਜੂੜਾ ਬੰਨਿਆ ਤੇ ਤਿੱਤਰ ਖੰਭੀ ਪੱਗ ਕੱਸ ਕੇ ਸਿਰ ਤੇ ਬਲੇਟਦੇ ਹੋਏ ਕਿਹਾ, ਹਵਾ ਕਿਆ ਆਖਦੀ ਹੈ ਉਸਤਾਦ, ਤੇਰਾ ਇਹ ਵਹਿਮ ਕਬ ਦੂਰ ਹੋਵੇਗਾ। ਗੁਲਹੇਮਾ ਬੋਲੀ, ਮਹੇਸ਼ ਜੀ ਇੱਕ ਦੋ ਡਾਇਲਾਗ ਜਾਨੀ ਚੋਰ ਦੇ ਵੀ ਆਉਣੇ ਚਾਹੀਦੇ ਨੇ ਸਾਡੇ ਅਗਲੇ ਡਰਾਮੇ ਵਿੱਚ। ਤੇ ਫਿਰ ਉਹਨੇ ਡਾਇਰੈਕਟਰ ਵੱਲ ਅੱਖਾਂ ਘੁਮਾ ਕੇ ਕਿਹਾ, ਅਖਤਰ ਸਾਹਿਬ ਕਮਾਲ ਹੋ ਜਾਵੇ ਜੇ ਕਿਤੇ ਸਾਡੇ ਆਉਣ ਵਾਲੇ ਡਰਾਮੇ ਵਿੱਚ ਜਾਨੀ ਚੋਰ ਸਾਬਣ ਦੀ ਝੱਗ ਵਾਂਗ ਉੱਠੇ ਤੇ ਇੱਕ ਘੜੀ ਆਪਣਾ ਰੰਗ ਵਿਖਾ ਕੇ ਬੈਠ ਜਾਵੇ, ਬਸ ਮਜ਼ਾ ਆ ਜਾਵੇ। ਇਹ ਗੱਲਾਂ ਉਹਨਾਂ ਦੀ ਆਪਸ ਦੇ ਵਿੱਚ ਹੋ ਰਹੀਆਂ, ਜਿਹੜੇ ਉਹ ਪਾਤਰ ਹੈਗੇ ਡਰਾਮੇ ਦੇ। ਮੈਂ ਤਾਂ ਸਰਦਾਰ ਜੀ ਲਈ ਚੰਗਾ ਜਿਹਾ ਰੋਲ ਸੋਚ ਰਿਹਾ ਸਾਂ। ਅਖਤਰ ਦੀ ਆਵਾਜ਼ ਉੱਪਰ ਉੱਠਦੀ ਗਈ ਤੇ ਫਿਰ ਉਹਨੇ ਗੱਡੀ ਦੀ ਛੱਤ ਵੱਲ ਤੱਕਦੇ ਹੋਏ ਆਵਾਜ਼ ਨੂੰ ਸਾਹਮਣੇ ਉੱਤੇ ਲਿਆ ਕੇ ਕਿਹਾ, ਤੇਰਾ ਕੀ ਖਿਆਲ ਹੈ ਗੁਲਹੇਮਾ? ਡਾਇਰੈਕਟਰੀ ਕਰਦੇ ਉਹਨੂੰ ਕਈ ਆਵਾਜ਼ਾਂ ਬਦਲਣ ਦਾ ਅਭਿਆਸ ਹੋ ਚੁੱਕਾ ਸੀ। ਇਹ ਮਹੇਸ਼ ਜੀ ਦੇ ਪੁੱਛੇ ਡਾਇਲਾਗ ਦੇ ਮਾਲਕ ਨੇ। ਕਹਿੰਦੇ ਵੀ ਇਹ ਗੱਲ ਮਹੇਸ਼ ਜੀ ਤੋਂ ਪੁੱਛੋ, ਡਾਇਲਾਗਾਂ ਦੇ ਮਾਲਕ ਤਾਂ ਉਹੀ ਹੈ, ਮਹੇਸ਼ ਜੀ ਸਾਰੇ ਡਾਇਲਾਗ ਲਿਖਦੇ ਨੇ। ਇਹ ਮਹੇਸ਼ ਜੀ ਤੋਂ ਪੁੱਛੋ, ਡਾਇਲਾਗ ਦੇ ਮਾਲਕ ਤਾਂ ਉਹ ਨੇ। ਗੁਲਹੇਮਾ ਦੇ ਬੁੱਲਾਂ ਤੇ ਮੁਸਕਾਨ ਉੱਭਰੀ, ਜਿਵੇਂ ਗੀਤ ਦੇ ਬੋਲ ਵਿੱਚ ਨਵੀਂ ਉਪਮਾ ਲਹਿਰ ਜਾਵੇ। ਮੈਂ ਤਾਂ ਡਾਇਲਾਗ ਫਿੱਟ ਕਰ ਰਿਹਾ ਹਾਂ ਗੁਲਹੇਮਾ, ਮਹੇਸ਼ ਨੇ ਗੰਭੀਰ ਹੋ ਕੇ ਕਿਹਾ। ਤੇਰੀ ਮਾਂ ਤੈਨੂੰ ਚਿਨਾਰ ਦੇ ਸੁੱਕੇ ਪੱਤਿਆਂ ਦੇ ਢੇਰ ਵਿੱਚੋਂ ਚੁੱਕ ਲਿਆਈ ਸੀ। ਮਜ਼ਾ ਆ ਜਾਵੇ ਜੇ ਤੂੰ ਇਹ ਗੱਲ ਸਟੇਜ ਉੱਤੇ ਆਪਣੇ ਮੂੰਹੋਂ ਆਖ ਦੇਵੇਂ। ਅਖਤਰ ਬੋਲਿਆ, ਸਭ ਬੱਚੇ ਕੀ ਇਸੇ ਤਰ੍ਹਾਂ ਮਿਲਦੇ ਨੇ? ਕੋਈ ਚਿਨਾਰ ਦੇ ਸੁੱਕੇ ਪੱਤਿਆਂ ਦੇ ਢੇਰ ਵਿੱਚੋਂ ਤਾਂ ਕੋਈ ਤੂੜੀ ਵਾਲੇ ਕੋਠੇ ਵਿੱਚੋਂ। ਸ਼ਕੁੰਤਲਾ ਵੀ ਤਾਂ ਕਣਵ ਰਿਸ਼ੀ ਨੂੰ ਬਣਦੀ ਇੱਕ ਗੁੱਠੇ ਪੱਤਿਆਂ ਵਿੱਚ ਵਲੇਟੀ ਹੋਈ ਹੀ ਮਿਲੀ ਸੀ। ਇਹ ਸਾਡੇ ਇਤਿਹਾਸ ਦੇ ਵਿੱਚ ਇੱਕ ਪਾਤਰ ਦਾ ਗੱਲ ਕੀਤੀ ਹੈ। ਸ਼ਕੁੰਤਲਾ ਨਾਟਕ ਦੇ ਵਿੱਚ ਸ਼ਕੁੰਤਲਾ ਉਹਦੀ ਨਾਇਕਾ ਹੈਗੀ ਹੈ ਨਾਟਕ ਦੀ, ਉਹਦਾ ਜ਼ਿਕਰ ਕੀਤਾ ਹੈਗਾ। ਦਸੌਂਧਾ ਸਿੰਘ ਨੇ ਅੱਗੇ ਜਾਣ ਦੀ ਥਾਂ ਪਿੱਛੇ ਜਾਣ ਦਾ ਖਿਆਲ ਪੇਸ਼ ਕਰ ਦਿੱਤਾ। ਉਹ ਕਹਿੰਦਾ ਵੀ ਆਪਾਂ ਅੱਗੇ ਨਾ ਜਾਈਏ, ਇੱਥੇ ਵਾਪਸ ਮੁੜ ਜਾਈਏ। ਜਾਨੀ ਚੋਰ ਬੋਲਿਆ, ਇਹ ਸਭ ਤੇਰਾ ਵਹਿਮ ਹੈ ਉਸਤਾਦ। ਸੜਕ ਪਰ ਕਿਧਰੇ ਬਰਫ਼ ਦਾ ਨਾਮ ਨਿਸ਼ਾਨ ਨਹੀਂ। ਹਵਾ ਠੀਕ ਚੱਲ ਰਹੀ ਹੈ। ਹੁਣ ਤਾਈਂ ਤਾਂ ਅਸੀਂ ਸੁਰੰਗ ਪਾਰ ਕਰ ਗਏ। ਹੁਣ ਤੇ ਕਹਿੰਦਾ ਵੀ ਸੁਰੰਗ ਹੁਣ ਤੱਕ ਤਾਂ ਪਾਰ ਕਰ ਜਾਣੀ ਸੀਗੀ ਅਸੀਂ, ਇਹ ਟਨਲ ਨੂੰ ਤਾਂ ਅਸੀਂ ਪਾਰ ਕਰ ਦੇਣਾ ਸੀਗਾ। ਜਾਨੀ ਚੋਰ ਠੀਕ ਆਖ ਰਿਹਾ ਹੈ ਸਰਦਾਰ ਜੀ। ਗੁਲਹੇਮਾ ਨੇ ਸੀਟ ਤੇ ਬੈਠੇ ਬੈਠੇ ਅੱਖਾਂ ਮਟਕਾਈਆਂ। ਹੁਣ ਚੱਲਣਾ ਚਾਹੀਦਾ ਹੈ। ਸਾਡਾ ਐਡਵਾਂਸ ਸੀਕਵਰਡ ਸ੍ਰੀਨਗਰ ਵਿੱਚ ਸਾਨੂੰ ਉਡੀਕ ਰਿਹਾ ਹੋਵੇਗਾ। ਬੀਬੀ ਤੂੰ ਨਹੀਂ ਜਾਣਦੀ, ਦਸੌਂਧਾ ਸਿੰਘ ਨੇ ਦੋਵਾਂ ਹੱਥਾਂ ਨਾਲ ਦੋਵੇਂ ਕੰਨ ਛੋਹ ਕੇ ਕਿਹਾ। ਹਵਾ ਵਿੱਚ ਆਵਾਜ਼ ਆ ਰਹੀ ਹੈ ਜਿਵੇਂ ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੋਵੇ। ਇਸੇ ਤਾਂ ਪਿਛਲੇ ਸਾਲ ਮੇਰਾ ਵੇਲੀ ਡਰਾਈਵਰ ਅਜੀਤ ਬਰਫ਼ ਵਿੱਚ ਦਬ ਕੇ ਮਰ ਗਿਆ। 3 ਤੋਲੇ ਸੋਨੇ ਦੇ ਝੁਮਕੇ ਬਣਵਾ ਕੇ ਲਿਆਇਆ ਸੀ। ਉਸੇ ਰੋਜ਼ ਉਹਦੀ ਸਵਰਨਾ ਦਾ ਜਨਮ ਦਿਨ ਸੀ। ਉਸ ਦਿਨ ਕਹਿੰਦਾ ਉਹਦੀ ਵਹੁਟੀ ਦਾ ਜਨਮ ਦਿਨ ਸੀਗਾ। ਉਹਦੇ ਲਈ 3 ਤੋਲੇ ਦੇ ਝੁਮਕੇ ਬਣਾ ਕੇ ਲਿਆਇਆ ਸੀਗਾ। ਅਜੀਤ ਜਪਜੀ ਸਾਹਿਬ ਦਾ ਪਾਠ ਕਰਦਾ ਹੋਇਆ ਮਰਿਆ। ਕੀ ਅਜੀਤ ਦੀ ਆਵਾਜ਼ ਤੁਸੀਂ ਨਹੀਂ ਸੁਣ ਰਹੇ? ਮੈਂ ਇਹ ਸਭ ਗੱਲਾਂ ਆਪਣੇ ਡਰਾਮੇ ਵਿੱਚ ਫਿੱਟ ਕਰ ਸਕਦਾ ਹਾਂ, ਮਹੇਸ਼ ਨੇ ਬਾਲਾਂ ਵਿੱਚ ਉਂਗਲਾਂ ਨਾਲ ਕੰਘੀ ਕਰਦੇ ਹੋਏ ਕਿਹਾ। ਜਾਨੀ ਚੋਰ ਤੇ ਅਖਤਰ ਸਰਦਾਰ ਜੀ ਦੇ ਜ਼ੋਰ ਪਾ ਰਹੇ ਸਨ ਕਿ ਗੱਡੀ ਚਲਾਉਣੀ ਚਾਹੀਦੀ ਹੈ। ਤਾੜੀ ਮਾਰੋ ਢਾਈ ਟੋਟਰੂ, ਦਸੌਂਧਾ ਸਿੰਘ ਨੇ ਜਿੱਦ ਛੱਡਦੇ ਹੋਏ ਕਿਹਾ ਤੇ ਉਹ ਗੱਡੀ ਨੂੰ ਅਗਾਂਹ ਵਧਾ ਲੈ ਚੱਲਿਆ। ਗੱਡੀ ਅੱਗੇ ਤੋਰ ਲਈ ਉਹਨੇ। ਗੁਲਹੇਮਾ ਨੇ ਚੁਟਕੀ ਵਜਾ ਕੇ ਕਿਹਾ, ਸਰਦਾਰ ਜੀ ਅੱਖ ਝਲਕਾਰੇ ਵਿੱਚ ਹੀ ਸ਼ੈਤਾਨ ਗਲੀ ਪਾਰ ਕਰ ਜਾਣਗੇ। ਸ਼ੈਤਾਨ ਗਲੀ ਦੇ ਵਿਚਕਾਰ ਨੁਕਰੇ ਤੇ ਪਹੁੰਚ ਕੇ ਗੁਲਹੇਮਾ ਚਲਾਈ, ਸਰਦਾਰ ਜੀ ਗੱਡੀ ਰੋਕ ਦੇਵੋ। ਗੱਡੀ ਰੁਕਣ ਸਾਰ ਗੁਲਹੇਮਾ ਬਾਹਰ ਨਿਕਲ ਕੇ ਬੋਲੀ, ਪਹਾੜੀ ਦਾ ਇਹ ਦ੍ਰਿਸ਼ ਵੀ ਖੂਬ ਹੈ। ਅਗਲੀ ਵੇਰ ਅਸੀਂ ਸੇਠ ਜੀ ਨੂੰ ਨਾਲ ਲਿਆਵਾਂਗੇ। ਅਖਤਰ ਬੋਲਿਆ, ਇੱਕ ਆਰਟਿਸਟ ਦੀ ਵੀ ਰਹਿਣਾ ਚਾਹੀਦਾ ਹੈ ਜਿਹੜਾ ਪਰਦੇ ਉੱਤੇ ਇਹ ਦ੍ਰਿਸ਼ ਉਭਾਰ ਸਕੇ। ਵੇਖਦੇ ਵੇਖਦੇ ਪਹਾੜੀ ਦੀ ਢਲਾਣ ਤੋਂ ਬਰਫ਼ ਦੇ ਤੋਦੇ ਡਿੱਗਣੇ ਸ਼ੁਰੂ ਹੋ ਗਏ। ਦਸੌਂਧਾ ਸਿੰਘ ਨੇ ਘਬਰਾ ਕੇ ਕਿਹਾ, ਮੌਸਮ ਖਰਾਬ ਹੋ ਗਿਆ ਹੈ। ਹਵਾ ਸ਼ੈਤਾਨੀ ਉੱਤੇ ਉਤਰ ਆਈ ਹੈ। ਅੱਜ ਖੈਰ ਨਹੀਂ ਸੱਚੇ ਪਾਤਸ਼ਾਹ, ਤੇਰਾ ਭਾਣਾ ਮਿੱਠਾ ਲਾਗੇ। ਅੱਜ ਤਾਂ ਬਰਫ਼ ਦੇ ਹੇਠ ਦੀ ਬਿਸਤਰ ਲੱਗੇਗਾ। ਤੇ ਉਹ ਗੱਡੀ ਚਲਾਉਣ ਦੀ ਬੇਕਾਰ ਕੋਸ਼ਿਸ਼ ਕਰਨ ਲੱਗਾ। ਜਾਨੀ ਚੋਰ ਹੈਂਡਲ ਮਾਰ ਰਿਹਾ ਸੀ। ਦਸੌਂਧਾ ਸਿੰਘ ਨੇ ਗੱਡੀ ਉੱਤੇ ਟਿਚਕਰਾਂ ਦੀ ਵਾਛੜ ਲਾ ਦਿੱਤੀ। ਨੀ ਸਾਲੀਏ, ਤੇਰੇ ਕਵਾੜਖਾਨੇ ਜਾਣ ਦੇ ਦਿਨ ਆ ਗਏ।
ਤੇਰੇ ਨਜ਼ਲੇ ਜ਼ੁਕਾਮ ਦਾ ਇਲਾਜ ਸਾਡੇ ਕੋਲ ਤਾਂ ਨਹੀਂ ਸੀ। ਉਹ ਗੱਡੀ ਉਹਦੀ ਪੁਰਾਣੀ ਹੈਗੀ ਹੈ, ਖਰਾਬ ਹੈ, ਉਹਦੇ ਤੇ ਹੀ ਕਮੈਂਟ ਕਰ ਰਿਹਾ। ਜਾਨੀ ਚੋਰ ਬੇਲਚੇ ਨਾਲ ਬਰਫ਼ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦਸੌਂਧਾ ਸਿੰਘ ਆਖ ਰਿਹਾ ਹੈ, ਹੁਣ ਕੀ ਕੀਤਾ ਜਾਵੇ ਬੀਬੀ? ਇੰਜਣ ਦਾ ਕੋਈ ਕਲ ਪੁਰਜਾ ਟੁੱਟ ਜਾਂਦਾ ਤਾਂ ਵਾਹਿਗੁਰੂ ਦੀ ਸਹੁੰ ਆਪਣਾ ਦੰਦ ਕੱਢ ਕੇ ਉਹਦੇ ਤੇ ਵਿੱਚ ਫਿੱਟ ਕਰ ਦਿੰਦਾ। ਟਾਇਰ ਫਟ ਜਾਂਦਾ ਤਾਂ ਬਿਨਾਂ ਟਾਇਰ ਤੇ ਗੱਡੀ ਸੁਰੰਗ ਦੇ ਮੂੰਹ ਤੇ ਲੈ ਜਾਂਦਾ। ਤੇ ਫਿਰ ਉਹਨੇ ਅਸਮਾਨ ਵੱਲ ਝਾਕ ਕੇ ਕਿਹਾ, ਸੱਚੇ ਪਾਤਸ਼ਾਹ, ਆਪ ਜੀ ਨੇ ਤਾਂ ਬਰਫ਼ ਨਾਲ ਇੰਜਣ ਨੂੰ ਵੀ ਠੰਡਾ ਕਰ ਦਿੱਤਾ। ਗੁਲਹੇਮਾ ਬੋਲੀ, ਮੇਰਾ ਸਦਾ ਇਹ ਇੱਛਾ ਰਹੀ ਹੈ ਕਿ ਮੇਰੀ ਮੌਤ ਕਿਸੇ ਪਹਾੜੀ ਦੀ ਤਲਹਿਟੀ ਤੇ ਹੋਵੇ। ਕੁਝ ਆਪਣੇ ਛਿਣ ਮੇਰੇ ਕੋਲ ਹੋਣ। ਅਖਤਰ ਉਹ ਸਮਾਂ ਆ ਗਿਆ। ਉਹਨਾਂ ਨੂੰ ਲੱਗਣ ਲੱਗਾ ਕਿ ਸਾਡਾ ਅੰਤਮ ਸਮਾਂ ਆ ਗਿਆ, ਬਰਫ਼ ਦੇ ਵਿੱਚ ਦੱਬ ਕੇ ਸ਼ਾਇਦ ਸਾਡੀ ਮੌਤ ਹੋ ਜਾਊਗੀ। ਗੁਲਹੇਮਾ ਇਹਦੇ ਬਾਰੇ ਕਮੈਂਟ ਕਰ ਰਹੀ ਹੈ, ਆਪਣੇ ਵਿਚਾਰ ਪੇਸ਼ ਕਰ ਰਹੀ ਹੈ। ਦਸੌਂਧਾ ਸਿੰਘ ਹੇਠ ਉੱਤਰ ਆਇਆ ਤੇ ਜਾਨੀ ਨੂੰ ਗੱਲ ਲਾ ਕੇ ਬੋਲਿਆ, ਜਾਨੀ ਤੂੰ ਮੇਰੀ ਜਾਨ ਏ, ਉਹ ਸਾਹਮਣੇ ਮੌਤ ਖਲੋਤੀ ਏ ਪੁੱਤਰਾ। ਜਦੋਂ ਮੌਤ ਸਾਹਮਣੇ ਖੜੀ ਹੋਵੇ ਨਾ, ਫਿਰ ਵਿਦਿਆਰਥੀਓ ਬੰਦਾ ਸੱਚ ਵੀ ਬੋਲਦਾ ਹੈਗਾ। ਬੰਦਾ ਆਪਣੀਆਂ ਮਨ ਦੀਆਂ ਭਾਵਨਾਵਾਂ ਨੂੰ ਵੀ ਪ੍ਰਗਟ ਕਰਦਾ। ਇਸੇ ਤਰ੍ਹਾਂ ਦਸੌਂਧਾ ਸਿੰਘ ਆਪਣੇ ਮਨ ਦੀਆਂ ਭਾਵਨਾਵਾਂ ਆਪਣੇ ਕਨੀਲਰ ਦੋਸਤ ਜਿਹੜਾ ਹੈਗਾ ਉਹ ਜਾਨੀ ਉਹਦੇ ਨਾਲ ਕਰਦਾ ਹੈਗਾ। ਦਸੌਂਧਾ ਸਿੰਘ ਦੇਖੋ ਕਹਿੰਦਾ ਕਿ ਜਾਨੀ ਨੂੰ ਗੱਲ ਲਾ ਕੇ ਬੋਲਿਆ, ਜਾਨੀ ਤੂੰ ਮੇਰਾ ਜਾਨ ਏ, ਉਹ ਸਾਹਮਣੇ ਮੌਤ ਖਲੋਤੀ ਹੈ ਪੁੱਤਰਾ। ਮਹੇਸ਼ ਨੇ ਦਸੌਂਧਾ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਵੇਖ ਲਏ। ਉਹ ਬੋਲਿਆ, ਵੇਖ ਰਹੀ ਹੈ ਗੁਲਹੇਮਾ, ਪਰ ਮੈਨੂੰ ਤਾਂ ਮੌਤ ਦੇ ਗਲ ਲੱਗਣ ਦਾ ਭੋਰਾ ਗਮ ਨਹੀਂ ਹੋਣਾ ਚਾਹੀਦਾ। ਮੈਂ ਆਪਣੇ ਡਰਾਮੇ ਦੀ ਹੀਰੋਇਨ ਦੇ ਨਾਲ ਜਾ ਰਿਹਾ ਹਾਂ। ਮਹੇਸ਼, ਕਦੀ ਤਾਂ ਸੰਭਲ ਕੇ ਗੱਲ ਕੀਤੀ ਕਰ। ਅਖਤਰ ਨੇ ਨਸੀਹਤ ਦੇ ਪਰਦੇ ਪਿੱਛੇ ਈਰਖਾ ਦੀ ਜਲਨ ਲੁਕਾਉਂਦੇ ਹੋਏ ਕਿਹਾ, ਕੁਝ ਤਾਂ ਸੋਚ, ਅਸਾਂ ਕਿੱਥੇ ਜਾਣਾ ਹੈ ਤੇ ਕੀ ਕਰਨਾ ਹੈ। ਦਸੌਂਧਾ ਸਿੰਘ ਆਖੀ ਜਾ ਰਿਹਾ ਸੀ, ਸੱਚੇ ਪਾਤਸ਼ਾਹ, ਮੇਰਾ ਡਰਾਮਾ ਤਾਂ ਪੂਰਾ ਹੋ ਲੈਣ ਦੇਵੋ, ਫਿਰ ਭਾਵੇਂ ਪਰਦਾ ਗਿਰਾ ਦੇਣਾ। ਮਹੇਸ਼ ਬੋਲਿਆ, ਸਰਦਾਰ ਜੀ, ਤੁਸੀਂ ਸਾਡੇ ਡਰਾਮੇ ਦੇ ਹੀਰੋ ਹੋ। ਜਿਹੜੀ ਇਹ ਘਟਨਾ ਹੈਗੀ ਆ ਉਹਦੇ ਕੇਂਦਰ ਦੇ ਵਿੱਚ ਦਸੌਂਧਾ ਸਿੰਘ ਹੈ, ਇਹ ਗੱਲ ਉਹ ਕਹਿ ਰਿਹਾ। ਦਸੌਂਧਾ ਸਿੰਘ ਉਦਾਸ ਜਿਹਾ ਮੂੰਹ ਬਣਾ ਕੇ ਬੋਲਿਆ, ਦਾੜੀ ਵਾਲਾ ਵੀ ਕਦੀ ਹੀਰੋ ਹੋਇਆ? ਉਹ ਯਾਰੋ, ਸੱਦਰ ਹੀ ਰਹਿ ਗਈ। ਤੇ ਫਿਰ ਉਹ ਹੈਰਾਨ ਹੋ ਕੇ ਬੋਲਿਆ, ਇਹ ਕੀ? ਇੱਥੇ ਵੀ ਅਜੀਤ ਦੇ ਜੁਫਚੀ ਪੜ੍ਹਨ ਦੀ ਆਵਾਜ਼ ਆਉਣ ਲੱਗ ਪਈ ਹੈ। ਮਹੇਸ਼ ਨੇ ਸਰਦਾਰ ਜੀ ਦੀ ਗੱਲ ਅਣਸੁਣੀ ਕਰਦਿਆਂ ਕਿਹਾ, ਗੁਲਹੇਮਾ, ਕੀ ਗੱਡੀ ਦੇ ਪਹੀਏ ਜਾਮ ਹੋਣ ਦੇ ਨਾਲ ਨਾਲ ਤੇਰੇ ਬੁੱਲ੍ਹਾਂ ਦੀ ਮੁਸਕਾਨ ਵੀ ਜੰਮ ਜਾਵੇਗੀ? ਅਖਤਰ ਬੋਲਿਆ, ਸਾਡੇ ਮਰਨ ਪਿੱਛੋਂ ਇੱਥੇ ਲੰਘਣ ਵਾਲਿਆਂ ਨੂੰ ਸਾਡੇ ਡਾਇਲਾਗ ਸੁਣਾਈ ਦਿੱਤੇ ਕਰਨਗੇ, ਇਸ ਲਈ ਸੰਭਲ ਕੇ ਡਾਇਲਾਗ ਫਿੱਟ ਕਰੋ ਬੇਟਾ। ਜੀਣ ਨੂੰ ਮਿਲੇ ਤਾਂ ਕੌਣ ਮਰਨਾ ਚਾਹੇਗਾ? ਮਹੇਸ਼ ਬੋਲਿਆ। ਦੇਖੋ, ਅਸਲੀ ਗੱਲ ਇਹ ਹੈ ਕਿ ਜੇ ਕਹਿੰਦਾ ਜਿਉਣ ਨੂੰ ਮਿਲ ਜਾਵੇ ਜ਼ਿੰਦਗੀ ਤਾਂ ਕੋਈ ਵੀ ਮਰਨਾ ਨਹੀਂ ਚਾਹੁੰਦਾ। ਕਿਉਂ ਗੁਲਹੇਮਾ? ਦਸੌਂਧਾ ਸਿੰਘ ਆਖੀ ਜਾ ਰਿਹਾ ਸੀ, ਓਏ ਜਾਨੀ, ਪੜ੍ਹ ਲੈ ਥੋੜਾ ਜਿਹਾ ਜਪਜੀ ਤੇ ਸੁਧਾਰ ਲੈ ਆਪਣੀ ਆਕਵਤ। ਕਹਿੰਦਾ ਅਖੀਰਲੀ ਜ਼ਿੰਦਗੀ ਆਪਣੀ ਸੁਧਾਰ ਲਾ। ਜਾਨੀ ਨੂੰ ਕਹਿ ਰਿਹਾ ਵਾਰ-ਵਾਰ, ਉਹ ਆਪਣਾ ਜਿਹੜਾ ਮਿੱਤਰ ਹੈ, ਦੋਸਤ ਹੈ, ਕਲੀਨਰ ਹੈ, ਉਹਦੀ ਗੱਲ ਕਰ ਰਿਹਾ। ਤੇ ਫਿਰ ਉਹਨੇ ਅਸਮਾਨ ਵੱਲ ਤੱਕ ਕੇ ਕਿਹਾ, ਓਏ ਵਾਹਿਗੁਰੂ ਜੀ, ਬੰਦਾ ਭੁੱਲਣਹਾਰ ਹੈ, ਸਾਥੋਂ ਤੇ ਨਹੀਂ ਪੜ੍ਹਿਆ ਜਾਂਦਾ ਤੇਰਾ ਜਪਜੀ। ਜਾਨੀ ਚੋਰ ਬੇਲਚਾ ਚੁੱਕ ਹੁਣ ਵੀ ਬਰਫ਼ ਉੱਤੇ ਝਈਆਂ ਲੈ ਪੈ ਰਿਹਾ ਸੀ। ਉਹ ਉੱਚੀ ਆਵਾਜ਼ 'ਚ ਬੋਲਿਆ, ਇੱਕ ਸਾਡੀ ਬਾਤ ਵੀ ਸੁਣ ਲਓ ਉਸਤਾਦ, ਅੱਗ ਵਿੱਚ ਸੜ ਕਰ ਮਰਨ ਤੋਂ ਬਰਫ਼ ਕੇ ਹੇਠ ਦਬ ਕਰ ਮਰਨਾ 1000 ਗੁਣਾ ਚੰਗਾ। ਕਹਿੰਦਾ ਅੱਗ ਦੇ ਵਿੱਚ ਸੜਨਾ, ਉਹ ਆਪਣੇ ਨਿੱਜੀ ਅਨੁਭਵ ਪੇਸ਼ ਕਰ ਰਿਹਾ ਵੀ ਅੱਗ ਦੇ ਵਿੱਚ ਸੜਨਾ ਬਹੁਤ ਔਖਾ ਹੈ। ਮਰਨ ਤੋਂ ਬਾਅਦ ਤਾਂ ਵੈਸੇ ਕੋਈ ਪਤਾ ਵੀ ਨਹੀਂ ਲੱਗਦਾ, ਫਿਰ ਵੀ ਕਹਿੰਦੇ ਅੱਗ ਦੇ ਵਿੱਚ ਸੜਨਾ ਬਹੁਤ ਮੁਸ਼ਕਿਲ ਲੱਗਦਾ ਮੈਨੂੰ। ਇਦੋਂ ਬਿਹਤਰ ਹੈ ਕਿ ਜੇਕਰ ਬੰਦਾ ਬਰਫ਼ ਦੇ ਹੇਠਾਂ ਦਬ ਕੇ ਮਰ ਜਾਵੇ ਤਾਂ ਉਹ ਜ਼ਿਆਦਾ ਵਧੀਆ। ਗੁਲਹੇਮਾ ਨੇ ਮਹੇਸ਼ ਵੱਲ ਤੱਕ ਕੇ ਕਿਹਾ, ਇਹ ਡਾਇਲੋਗ ਵੀ ਨੋਟ ਕਰ ਲਵੋ। ਇਹਨੂੰ ਆਖਦੇ ਨੇ ਡਰਾਮਾ। ਅਖਤਰ ਨੇ ਗਿਆਨ ਦੀ ਫੜ ਮਾਰੀ। ਮੰਜੀ ਉੱਤੇ ਅੱਡੀਆਂ ਰਗੜ ਕੇ ਮਰਨ ਨਾਲੋਂ ਤਾਂ ਇਹ ਮੌਤ ਚੰਗੀ ਹੈ। ਕਿਉਂ ਗੁਲਹੇਮਾ, ਤੇਰਾ ਨਾਂ ਨੋਸ਼ ਲਵ ਕੈਸਾ ਰਹਿੰਦਾ? ਦਸੌਂਧਾ ਸਿੰਘ ਆਖ ਰਿਹਾ ਸੀ, ਅਜੀਤ, ਜਪਜੀ ਦਾ ਪਾਠ ਬੰਦ ਕਰ, ਸਾਨੂੰ ਗੁਲਹੇਮਾ ਦੇ ਬੋਲ ਸੁਣਨ ਦੇ। ਕਹਿੰਦਾ ਅਖੀਰਲਾ ਸਮਾਂ, ਅਸੀਂ ਤਾਂ ਇੱਥੇ ਹੁਣ ਮਰਨ ਦੇ ਕਿਨਾਰੇ ਤੇ ਹਾਂ। ਅਖਤਰ ਬੋਲਿਆ, ਮੇਰੀ ਬੀਵੀ ਦੇ ਬੱਚਿਆਂ ਦਾ ਕੀ ਬਣੇਗਾ? ਹੁਣ ਆਪਾਂ ਨੂੰ ਪਰਿਵਾਰ ਦੀ ਗੱਲ ਸੋਚਣ ਲੱਗ ਗਏ। ਅਖਤਰ ਇਹਦੇ ਬਾਰੇ ਗੱਲ ਸੋਚਦਾ ਕਿ ਮੇਰੀ ਵਾਈਫ ਦਾ ਤੇ ਮੇਰੇ ਬੱਚੀ ਦਾ ਕੀ ਬਣੇਗਾ। ਇਹ ਸ਼ੈਤਾਨ ਗਲੀ, ਇਹ ਤੂਫਾਨੀ ਸ਼ਾਮ ਤੇ ਇਹ ਗੁਲਹੇਮਾ ਜਿਸ ਦਾ ਨਾਂ ਨੋਸ਼ ਲਿਵ ਹੋਣਾ ਚਾਹੀਦਾ ਸੀ। ਤੁਸੀਂ ਸਮਝ ਰਹੇ ਹੋ ਕਿ ਅਸੀਂ
ਰਿਹਰਸਲ ਲਈ ਮਿਲ ਬੈਠੇ ਹਾਂ। ਜਦ ਮੈਨੂੰ ਡਾਇਰੈਕਟਰ ਦੇ ਇਸ਼ਾਰਿਆਂ ਤੇ ਨੱਚਣਾ ਪੈਂਦਾ ਏ। ਗੁਲਹਿਮਾ ਦਾ ਕਹਿਕਾ ਉਪਹਾਸ ਦੀਆਂ ਹੱਦਾਂ ਨੂੰ ਛੋਹ ਗਿਆ। ਮਹੇਸ਼ ਵੀ ਚੁੱਪ ਨਾ ਰਹਿ ਸਕਿਆ। ਗੁਲਹਿਮਾ ਨਾ ਮੇਰੀ ਪਤਨੀ ਹੈ ਨਾ ਸ਼ੈਤਾਨ, ਮੈਂ ਤਾਂ ਮਰਨ ਪਿੱਛੋਂ ਵੀ ਇਹੋ ਕਹਾਂਗਾ। ਕਹਿੰਦਾ ਵੀ ਗੁਲਹਿਮਾ ਨਾ ਤਾਂ ਮੇਰੀ ਪਤਨੀ ਹੈ ਨਾ ਹੀ ਮੇਰੀ ਸੰਤਾਨ ਹੈਗੀ। ਸੰਤਾਨ ਹੁੰਦਾ ਹੈਗਾ ਬੱਚੇ ਆਪਣੇ ਅੱਗੇ, ਨਾ ਤਾਂ ਮੇਰੀ ਸੰਤਾਨ ਹੈ ਉਹ ਨਾ ਮੇਰੀ ਪਤਨੀ ਹੈ। ਮੈਂ ਤਾਂ ਮਰਨ ਪਿੱਛੋਂ ਵੀ ਇਹੋ ਕਹਾਂਗਾ ਕਿ ਸ਼ੇਕਸਪੀਅਰ ਵਾਂਗ ਕੋਈ ਹੈਮਲੇਟ ਨਾ ਲਿਖ ਸਕਿਆ। ਇੱਕ ਸ਼ੇਕਸਪੀਅਰ ਦਾ ਬਹੁਤ ਮਸ਼ਹੂਰ ਨਾਟਕ, ਉਹਦਾ ਜ਼ਿਕਰ ਵੀ ਇੱਥੇ ਕੀਤਾ। ਕਹਿੰਦਾ ਮੈਨੂੰ ਇੱਕ ਗਮ ਰਹੂਗਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ੇਕਸਪੀਅਰ ਵਰਗਾ ਕੋਈ ਨਾਟਕ ਨਾ ਲਿਖ ਸਕਿਆ। ਗੁਲਹਿਮਾ ਬੋਲੀ, ਸਰਦਾਰ ਜੀ ਹੀਰੋ ਨੇ, ਬਹੁਤ ਵੱਡੇ ਹੀਰੋ ਜਿਨ੍ਹਾਂ ਨਾਲ ਜ਼ਿੰਦਗੀ ਨੇ ਮਜ਼ਾਕ ਕੀਤਾ ਏ, ਜਿਨ੍ਹਾਂ ਨੂੰ ਹੀਰੋ ਬਣਨਾ ਚਾਹੀਦਾ ਹੈ। B ਕਲਾਸ ਬੱਸ ਦੇ ਡਰਾਈਵਰ ਨੇ। ਕਹਿੰਦੇ ਵੀ ਸਰਦਾਰ ਜੀ ਤਾਂ ਜ਼ਿੰਦਗੀ ਦੇ ਬਹੁਤ ਵੱਡੇ ਹੀਰੋ ਹੈ, ਪਰ ਇਹ B ਕਲਾਸ ਦੀ ਜ਼ਿੰਦਗੀ ਜਿਉ ਰਹੇ ਆ। B ਕਲਾਸ ਬੱਸ ਦੇ ਡਰਾਈਵਰ ਨੇ, ਤੇ ਜਿਹੜੇ ਸੱਚਮੁੱਚ ਡਰਾਈਵਰ ਵੀ ਨਹੀਂ, ਕਲੀਨਰ ਨੇ, ਉਹ ਹੀਰੋ ਬਣੇ ਬੈਠੇ ਨੇ। ਅਜੀਬ ਥਾਂ ਹੈ ਦੁਨੀਆ ਵਿੱਚ। ਕਹਿੰਦੇ ਦੁਨੀਆ ਦੇ ਵਿੱਚ ਜਿਹੜਾ ਅਨਿਆਂ ਹੋ ਰਿਹਾ ਉਹਦੇ ਬਾਰੇ ਗੱਲ ਕਰ ਰਹੀ ਹੈ ਕਿ ਜਿਹੜੇ ਬੰਦਿਆਂ ਨੂੰ ਜਿਸ ਥਾਂ ਦੇ ਉੱਪਰ ਹੋਣਾ ਚਾਹੀਦਾ ਉੱਥੇ ਕਿਉਂ ਨਹੀਂ ਹੁੰਦੇ, ਬੰਦੇ ਫਿੱਟ ਨਹੀਂ ਹੁੰਦੇ। ਹਵਾ ਦੇ ਨਾਲ ਖਬਰੇ ਇੰਨੀ ਧੁੰਦ ਕਿੱਥੋਂ ਚਲੀ ਆਈ, ਰਸਤਾ ਵਿਖਾਈ ਨਹੀਂ ਸੀ ਦਿੰਦਾ, ਤੇ ਫਿਰ ਹੌਲੀ ਹੌਲੀ ਬਰਫ਼ ਪੈਣ ਲੱਗੀ। ਹੁਣ ਇਸ ਦਿਨ ਬਿਨਾਂ ਕੋਈ ਉਪਾਅ ਨਹੀਂ ਸੀ ਕਿ 2.5 ਟੋਟਰੂ ਵਾਂਗ ਦਸੌਂਧਾ ਸਿੰਘ ਤੇ ਜਾਨੀ ਚੋਰ ਵੀ ਬੱਸ ਦੇ ਅੰਦਰ ਦੁਬਕ ਕੇ ਬੈਠ ਜਾਣ। ਅਖਤਰ ਅਜਿਹਾ ਚੁੱਪ ਹੋਇਆ ਕਿ ਗੁਲਹਿਮਾ ਦੇ ਮੁੜ ਮੁੜ ਬੁਲਾਉਣ ਉੱਤੇ ਵੀ ਬੋਲਣ ਨੂੰ ਰਾਜੀ ਨਾ ਹੋਇਆ। ਉਹ ਬੈਠਾ ਸਿਗਰਟ ਦੇ ਕਸ ਲਗਾ ਰਿਹਾ ਸੀ। ਮਹੇਸ਼ ਨੇ ਗੁਲਹਿਮਾ ਦੇ ਹੋਰ ਨੇੜੇ ਹੋ ਕੇ ਕਿਹਾ, ਜ਼ਿੰਦਗੀ ਤੇ ਮੌਤ ਵਿਚਕਾਰ ਕੁਝ ਕੁ ਪਲਾਂ ਜਾਂ ਕੁਝ ਕੁ ਹੱਥਾਂ ਦਾ ਫਾਸਲਾ ਰਹਿ ਗਿਆ ਏ। ਸੰਝ ਦੇ ਹਨੇਰੇ ਢਲ ਆਏ ਨੇ। ਗੁਲਾਬੋ ਗੁਜ਼ਰੀ ਕਿਉਂ ਯਾਦ ਆ ਰਹੀ ਹੈ। ਉਹ ਮੇਲੇ ਹਲਵਾਈ ਨੂੰ ਦੁੱਧ ਦੇਣ ਆਉਂਦੀ ਸੀ ਤੇ ਮੈਂ ਆਪਣੇ ਡਾਇਲੌਗ ਫਿੱਟ ਕਰਨ ਲਈ ਇੱਕ ਪਾ ਦੁੱਧ ਦੀ ਖਾਤਰ ਮੇਲੇ ਦੀ ਹੱਟੀ ਤੇ ਖਲੋਤਾ ਰਹਿੰਦਾ ਸਾਂ। ਇਹ ਇੱਕ ਹੁਣ ਪਾਤਰ ਨਵਾਂ ਜਿਹੜਾ ਆਇਆ ਜਿਹਦੇ ਬਾਰੇ ਜ਼ਿਕਰ ਕਰਦੇ ਹੈਗੇ ਆ, ਇਹ ਹੈਗੀ ਹੈ ਗੁਲਾਬੋ ਗੁਜਰੀ। ਜਿਹੜੀ ਗੁਲਾਬੋ ਗੁਜਰੀ ਦੁੱਧ ਵੇਚਦੀ ਹੈ, ਗੁੱਜਰ ਲੋਕਾਂ ਦਾ ਕੰਮ ਹੀ ਇਹ ਹੁੰਦਾ। ਦੁੱਧ ਦੀ ਖਾਤਰ ਕਹਿੰਦਾ ਮੈਂ ਉਹਦੀ ਵੇਟ ਕਰਦਾ ਸੀਗਾ ਉਦੋਂ ਤੇ ਹੁਣ ਵਿੱਚ 10 ਸਾਲ ਦਾ ਵਿੱਥ ਹੈ। ਪਰ ਇਹ ਕੀ ਗੱਲ ਏ ਗੁਲਹਿਮਾ ਕਿ ਤੇਰੀ ਮੁਸਕਾਨ ਵਿੱਚ ਗੁਲਾਬੋ ਦੇ ਸਾਹਾਂ ਦੀ ਮਹਿਕ ਰਚੀ ਪੱਸੀ ਮਹਿਸੂਸ ਹੁੰਦੀ ਏ। ਗੁਲਾਬੋ ਜਿੱਥੇ ਖਲੋ ਜਾਂਦੀ ਮੇਲਾ ਲੱਗ ਜਾਂਦਾ। ਮੈਨੂੰ ਯਾਦ ਹੈ ਗੁਲਹਿਮਾ ਤੇ ਇੱਕ ਵੇਰ ਕਿਹਾ ਸੀ, ਮਹੇਸ਼ ਮੈਂ ਅੱਗ ਹਾਂ ਅੱਗ, ਜਿਹੜਾ ਵੀ ਮੇਰੇ ਨੇੜੇ ਆਵੇਗਾ ਭਸਮ ਹੋ ਜਾਵੇਗਾ। ਅੱਜ ਮੈਂ ਚਾਹੁੰਦਾ ਕਿ ਇਸ ਅੱਗ ਵਿੱਚ ਭਸਮ ਹੋ ਜਾਵਾਂ। ਗੁਲਹਿਮਾ ਨੇ ਹੱਸ ਕੇ ਕਿਹਾ, ਨਾ ਹੈ ਗੁਲਹਿਮਾ ਮਤਲਬ ਬਰਫ਼ ਦਾ ਫੁੱਲ, ਪਰ ਮੈਂ ਸੱਚਮੁੱਚ ਆਪਣੇ ਸੀਨੇ ਵਿੱਚ ਇੱਕ ਅੱਗ ਲੁਕੋ ਰੱਖੀ ਹੈ। ਮਹੇਸ਼ ਨੇ ਪੁੱਛਿਆ, ਕੀ ਇਹ ਸੱਚ ਹੈ ਕਿ ਬਰਫ਼ ਦਾ ਮੁਕਾਬਲਾ ਅੱਗ ਹੀ ਕਰ ਸਕਦੀ ਹੈ? ਬਾਹਰ ਬਰਫ਼ ਪੈ ਰਹੀ ਸੀ। ਦਸੌਂਧਾ ਸਿੰਘ ਤੇ ਜਾਨੀ ਚੋਰ ਨੂੰ ਜਿਵੇਂ ਕਾਠ ਮਾਰ ਗਿਆ ਹੋਵੇ। ਅਖਤਰ ਵੀ ਸਿਗਰਟ ਬੁਝਾਈ ਬੈਠਾ ਸੀ। ਇਹ ਸਾਰੇ ਬੱਸ ਦੇ ਵਿੱਚ ਬੈਠੇ ਗੱਲਾਂ ਕਰੀ ਜਾਂਦੇ ਆ। ਬਾਹਰ ਜ਼ੋਰਦਾਰ ਬਰਫ਼ ਪੈ ਰਹੀ ਹੈ, ਤੂਫਾਨ ਆ ਰਿਹਾ। ਮਹੇਸ਼ ਬੋਲਿਆ, ਗੁਲਹਿਮਾ ਤੈਂ ਮੇਰੇ ਨਾਲ ਵਾਰ ਐਂਡ ਪੀਸ ਫਿਲਮ ਵੇਖਦਿਆਂ ਕਿਹਾ ਸੀ, ਪੀਅਰ ਦੇ ਨਾਲ ਤੂੰ ਕਿੰਨਾ ਰਲਦਾ ਏ ਮਹੇਸ਼। ਕਾਸ਼ ਤੂੰ ਪੀਅਰ ਵਾਂਗ ਲੰਮਾ ਵੀ ਹੁੰਦਾ ਤੇ ਤੇਰੀਆਂ ਅੱਖਾਂ ਦੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਵੀ ਚੜੀ ਹੁੰਦੀ। ਹੁਣ ਜੇ ਇਹ ਤੂਫਾਨ ਤੋਂ ਬਚ ਗਏ ਤਾਂ ਮੈਂ ਆਪਣੀਆਂ ਅੱਖਾਂ ਉੱਤੇ ਇੱਕ ਐਨਕ ਵੀ ਜ਼ਰੂਰ ਚੜਾ ਲਵਾਂਗਾ। ਬਾਕੀ ਰਿਹਾ ਲੰਬੇ ਹੋਣ ਦਾ ਸਵਾਲ, ਸੋ ਮੈਂ ਉੱਚੇ ਪਲੇਟਫਾਰਮ ਉੱਤੇ ਖਲੋ ਕੇ ਆਪਣੀ ਨਟਾਸ਼ਾ ਨਾਲ ਗੱਲਾਂ ਕਰ ਲਵਾਂ। ਨਤਾਸ਼ਾ ਉਹਦੀ ਹੀਰੋਇਨ ਸੀਗੀ। ਗੁਲਹਿਮਾ ਹੱਸ ਪਈ ਜਿਵੇਂ ਬੰਸਰੀ ਦਾ ਗੀਤ ਸਮ ਤੇ ਪੰਚਮ ਤੀਕ ਉੱਠ ਜਾਵੇ। ਬਾਹਰ ਬਰਫ਼ ਪੈ ਰਹੀ ਸੀ। ਦਸੌਂਧਾ ਸਿੰਘ ਖਾਮੋਸ਼ੀ ਦਾ ਰਸਤਾ ਛੱਡ ਕੇ ਕਦੀ ਕਦੀ ਅਕਾਲ ਪੁਰਖ ਨੂੰ ਵੀ ਹਾਕ ਮਾਰ ਲੈਂਦਾ। ਉਹ ਰੱਬ ਨੂੰ ਯਾਦ ਕਰ ਰਿਹਾ ਸੀਗਾ। ਅਖਤਰ ਨੇ ਹਾਰ ਕੇ ਨਵਾਂ ਸਿਗਰਟ ਸੁਲਗਾਇਆ ਤੇ ਲੰਮੇ ਕਸ਼ ਲਗਾਉਣ ਮਗਰੋਂ ਬੁਝਾ ਕੇ ਰੱਖ ਲਿਆ। ਦਸੌਂਧਾ ਸਿੰਘ ਨੇ ਐਲਾਨ ਕੀਤਾ, ਆਪੋ ਆਪਣੇ ਦੇਵੀ ਦੇਵਤਿਆਂ ਤੇ ਪੀਰ ਮੁਰਸ਼ਿਦਾਂ ਨੂੰ ਧਿਆ ਲਵੋ ਯਾਰ, ਮੌਤ ਨਾਲ ਭੇਂਟ ਹੋਣ ਵਿੱਚ ਹੁਣ ਬਹੁਤੀ ਦੇਰ ਨਹੀਂ, ਮਰਨ ਕਰਾ ਰਹੇ ਕਹਿੰਦਾ ਅਸੀਂ। ਗੁਲਹਿਮਾ ਬੋਲੀ, ਤੁਸੀਂ ਤਾਂ ਸਾਡੇ ਹੀਰੋ ਹੋ। ਮਹੇਸ਼ ਨੇ ਗੁਲਹਿਮਾ ਦੇ ਨੇੜੇ ਝੁੱਕ ਕੇ ਕਿਹਾ, ਤੇਰੀ ਆਵਾਜ਼ ਵਿੱਚ ਲੋਚ ਦੇ ਨਾਲ ਜਿਹੜਾ ਨਕੀਲਾਪਣ ਹੈ ਉਹ ਮੈਂ ਕਿੱਥੋਂ ਲਿਆਵਾਂ।
ਕਲਚਰ ਡੈਲੀਗੇਸ਼ਨ ਨਾਲ ਸਮੁੰਦਰ ਪਾਰ ਜਾਣ ਲੱਗੇ ਤਾਂ ਮੈਨੂੰ ਆਪਣੇ ਪਿਆਰ ਦਾ ਜਰਤਾਰ ਰੁਮਾਲ ਨਾ ਦੇ ਜਾਈਂ। ਮੈਂ ਤਾਂ ਪਿਆਰ ਦੇ ਢੋਏ ਨੂੰ ਵੀ ਸ਼੍ਰੀਨਗਰ ਦੇ ਲਾਲ ਚੌਕ ਵਿੱਚ ਖਲੋ ਕੇ ਗੋਲਡ ਫਲੈਕ ਦੀ ਇੱਕ ਡੱਬੀ ਲਈ ਵੇਚ ਸਕਦਾ ਹਾਂ। ਇਹ ਸਿਗਰਟਾਂ ਦੀ ਡੱਬੀ ਦੇ ਲਈ ਉਹਨੂੰ ਕਹਿੰਦਾ ਮੈਂ ਵੇਚ ਸਕਦਾ ਹੈਗਾ। ਗੁਲਹਿਮਾ ਨੇ ਗੰਭੀਰ ਹੋ ਕੇ ਕਿਹਾ, ਕੌਣ ਵੇਚਦਾ ਹੈ ਸ਼੍ਰੀਨਗਰ ਦੇ ਲਾਲ ਚੌਕ ਵਿੱਚ ਕਿਸੇ ਦਾ ਲਾਲ ਰੁਮਾਲ? ਇੱਕ ਰੁਮਾਲ ਦੀ ਆਰਜ਼ੂ ਵਿੱਚ ਤੂੰ ਸ਼ਾਇਦ ਸਾਰੀ ਜ਼ਿੰਦਗੀ ਤੜਫਦਾ ਰਿਹਾ ਹੈ। ਮਹੇਸ਼ ਨੇ ਗੋਲਡ ਫਲੈਕ ਦੀ ਡੱਬੀ ਚੋਂ ਅੰਤਮ ਸਿਗਰਟ ਕੱਢ ਕੇ ਸੁਲਗਾਈ ਤੇ ਉਹ ਬੋਲਿਆ, ਮੈਂ ਸ਼ਾਇਦ ਉਤਨਾ ਚੰਗਾ ਆਦਮੀ ਨਹੀਂ ਹਾਂ ਜਿਤਨਾ ਦਿਸਦਾ ਹਾਂ ਗੁਲਹਿਮਾ। ਮੈਂ ਤੇਰਾ ਵੇਰ ਜ਼ਿੰਦਗੀ 'ਚ ਇਸ਼ਕ ਕੀਤਾ ਏ। ਸਮੁੰਦਰ ਪਾਰ ਜਾ ਕੇ ਜਦ ਤੂੰ ਹੱਸੇ ਤੇ ਕਹਿ ਕੇ ਵੰਡੇ ਤਾਂ ਸਾਨੂੰ ਵੀ ਯਾਦ ਕਰ ਲਿਆ ਕਰੀਂ। ਇਹ ਉਹਨਾਂ ਦੇ ਮੌਤ ਨੇੜੇ ਹੋਣ ਕਰਕੇ ਦੇਖਣ ਕਰਕੇ ਉਹ ਸਾਰੀਆਂ ਗੱਲਾਂ ਸੱਚੀਆਂ ਬੋਲ ਰਹੇ ਜ਼ਿੰਦਗੀ ਬਾਰੇ। ਦਸੌਂਧਾ ਸਿੰਘ ਨੇ ਯਾਦ ਦੀ ਗੱਡੀ ਪਿਛਾਂਹ ਵੱਲ ਘੁਮਾ ਕੇ ਕਿਹਾ, ਤੇਰੇ ਮੇਲੇ ਸ਼ਾਹ ਦੀ ਗੱਲ ਕਰਨ ਲਈ ਆਉਂਦੀ ਹੋਵੇਗੀ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਗੁਲਾਬੋ ਗੁਜਰੀ ਨੂੰ ਜ਼ਰੂਰ ਬਰਫ਼ ਦਾ ਫੁੱਲ ਬਣਾਇਆ ਹੋਵੇਗਾ। ਵੇਖੋ ਜੀ, ਇਸ਼ਕ ਦੀ ਗੱਲ ਤਾਂ ਅੱਗ ਦੀ ਗਲੀ ਏ। ਅਸੀਂ ਵੀ ਕਦੀ ਕਿਸੇ ਨੂੰ ਪਿਆਰ ਕੀਤਾ ਸੀ ਤੇ ਉਸੇ ਦੀ ਯਾਦ ਵਿੱਚ ਇਹਨਾਂ ਰਸਤਿਆਂ ਤੇ ਗੱਡੀ ਚਲਾ ਰਹੇ ਹਾਂ ਤੇ ਹੁਣ ਸਾਡਾ ਇਸ਼ਕ ਕਿੱਕਰ ਸਿੰਘੀ ਨਾਲ ਹੋ ਗਿਆ। ਕਿੱਕਰ ਸਿੰਘੀ ਵਿਦਿਆਰਥੀਓ ਸ਼ਰਾਬ ਨੂੰ ਕਿਹਾ, ਉਹਨੇ ਡਰਿੰਕ ਨੂੰ ਕਿਹਾ ਹੈਗਾ। ਸੱਚੇ ਪਾਤਸ਼ਾਹੋ, ਇਹ ਸ਼ੁਗਲ ਅਸੀਂ ਜ਼ਰੂਰ ਕਰ ਲੈਂਦੇ ਹਾਂ। ਕਿੱਕਰ ਸਿੰਘੀ ਅੱਗ ਹੈ ਤੇ ਬਰਫ਼ ਵਿੱਚ ਅੱਗ ਦੀ ਲੋੜ ਰਹਿੰਦੀ ਹੈ। ਤੇ ਫਿਰ ਜਿਵੇਂ ਯਾਦ ਦੇ ਅਲਾਓ ਤੇ ਸੁੱਕੀਆਂ ਛਟੀਆਂ ਪਾਉਂਦੇ ਹੋਏ ਉਹਨੇ ਕਿਹਾ, ਉਹ ਵੀ ਇਸੇ ਸੜਕ ਤੇ ਮਿਲੀ ਸੀ ਗੁੱਲੇ ਦੀ ਜਾਨ। ਉਹਦਾ ਨਾਂ ਸੀ ਲਾਲ ਰੁੱਖ। ਜਿਵੇਂ ਉਹ ਬਟੋਤ ਤੇ ਡਾਕ ਬੰਗਲੇ ਵਿੱਚ ਆਰਾਮ ਕੁਰਸੀ ਤੇ ਬੈਠੀ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੀ ਹੋਵੇ। ਗੁਲਹਿਮਾ ਬੋਲੀ, ਅਸੀਂ ਸਾਰੇ ਆਪੋ ਆਪਣੇ ਡਰਾਮਾ ਖੇਡ ਰਹੇ ਹਾਂ ਤੇ ਇੱਕ ਦੂਜੇ ਦੇ ਪਾਤਰਾਂ ਨਾਲ ਅਸੀਂ ਹੱਸ ਸਕਦੇ ਹਾਂ, ਰੋ ਸਕਦੇ ਹਾਂ। ਮਹੇਸ਼ ਨੇ ਹਾਮੀ ਭਰੀ। ਪਰ ਇੱਕ ਡਰਾਮੇ ਦੀ ਹੀਰੋਇਨ ਨੂੰ ਸਰਦਾਰ ਜੀ ਦੂਜੇ ਡਰਾਮੇ ਦੀ ਹੀਰੋਇਨ ਨਾਲ ਮਿਲਾ ਰਹੇ ਨੇ। ਅਖਤਰ ਖਾਮੋਸ਼ ਨਾ ਰਹਿ ਸਕਿਆ। ਵਾਹ ਸਰਦਾਰ ਜੀ, ਆਪ ਦੀ ਕਿਆ ਬਾਤ ਹੈ। ਦਸੌਂਧਾ ਸਿੰਘ ਨੇ ਵੇਖਿਆ ਕਿ ਪਹਾੜ ਤੋਂ ਜਿੰਨੀ ਬਰਫ਼ ਢਲਕਣੀ ਸੀ ਢਲਕ ਚੁੱਕੀ ਹੈ। ਬਰਫ਼ ਪੈਣੀ ਵੀ ਹੁਣ ਬੰਦ ਹੋ ਚੁੱਕੀ ਹੈ। ਅਚਨਚੇਤ ਤਲਹਿਟੀ ਵੱਲੋਂ ਇੱਕ ਰੌਸ਼ਨੀ ਨਜ਼ਰ ਆਈ। ਉਹਨੇ ਆਪਣੇ ਜੰਮੇ ਹੋਏ ਹੱਥਾਂ ਨੂੰ ਛੰਡ ਕੇ ਸੰਗ ਦਾ ਪੂਰਾ ਜ਼ੋਰ ਲਗਾਉਂਦਿਆਂ ਕਿਹਾ, ਅੱਗ ਅੱਗ, ਅਸੀਂ ਬਚ ਗਏ। ਗੁੱਲ ਦੀ ਜਾਨ, ਓਏ ਮੁਬਾਰਕਾਂ, ਓਏ ਮੁਬਾਰਕਾਂ। ਉਹਨੇ ਬਾਹਰ ਨਿਕਲ ਕੇ ਵੇਖਿਆ ਬਰਫ਼ ਪੈਣੀ ਬੰਦ ਹੋ ਗਈ ਸੀ। ਧੁੰਦ ਵੀ ਘਟ ਗਈ ਸੀ। ਬਰਫ਼ ਤੇ ਖਲੋਤਾ ਉਹ ਗੁਣਗੁਣਾ ਲੱਗਾ, ਕੁੜੀਏ ਬੰਗਾਲ ਦੀ ਏ ਨੀ ਦੁੱਖ ਤੈਨੂੰ ਕਿਹੜੀ ਗੱਲ ਦਾ। ਉਹ ਆਪਣੇ ਲੋਕ ਗੀਤ ਗਾਉਣੇ ਸ਼ੁਰੂ ਕਰ ਦਿੰਦਾ। ਫਿਰ ਉਹ ਖੁਸ਼ੀ ਨਾਲ ਉਛਲ ਕੇ ਬੋਲਿਆ, ਓਏ ਬੁਲਬੁਲ ਦੀ ਲਾਲਟਨ, ਲੇਡੀ ਤੇ ਜੈਂਟਲਮੈਨ, ਜਾਨ ਬਚੀਓ ਸੋਹਣਿਓ। ਹੁਣ 2.5 ਟੋਟਰੂ ਗੱਡੀ ਤੋਂ ਬਾਹਰ ਨਿਕਲ ਆਏ। ਗੁਲਹਿਮਾ ਹੱਸ ਕੇ ਬੋਲੀ, ਸਰਦਾਰ ਜੀ ਆਪਣਾ ਡਾਇਲੋਗ ਦੁਹਰਾਇਓ। ਦਸੌਂਧਾ ਸਿੰਘ ਨੇ ਖੁਸ਼ੀ ਨਾਲ ਸ਼ਰਾਬੋਰ ਆਵਾਜ਼ ਵਿੱਚ ਕਿਹਾ, ਨੀ ਕੱਚੀ ਅਖਬਾਰ ਗੰਦਲੇ, ਨੀ ਗੁੱਲ ਦੀ ਜਾਨ, ਨੀ ਬੁਲਬੁਲ ਦੀ ਲਾਲਟਨ, ਅੱਗ ਕੋਲ ਤਾਂ ਪਹੁੰਚ ਲਈਏ। ਫਿਰ ਉਹ ਗੱਲਾਂ ਸੁਣਾਵਾਂਗਾ, ਉਹ ਘੁੰਗਰੂ ਵਜਾਵਾਂਗਾ ਕਿ ਤੇਰਾ ਇਹ ਡਾਇਰੈਕਟਰ ਤੇ ਡਰਾਮਾ ਨਵੀਸ ਦੋਵੇਂ ਘੁੱਗੂ ਨਾ ਬਣ ਜਾਣ ਤਾਂ ਮੇਰਾ ਨਾਂ ਬਦਲ ਦੇਵੀਂ ਗੁੱਲੇ ਦੀ ਜਾਨ। ਗੁਲਹਿਮਾ ਦਾ ਹਾਸਾ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਅਖਤਰ ਨੇ ਸਿਗਰਟ ਸੁਲਗਾ ਕੇ ਕਸ਼ ਲਗਾਇਆ ਤੇ ਮਹੇਸ਼ ਦੇ ਮੋਢੇ ਤੇ ਹੱਥ ਮਾਰ ਕੇ ਆਖਿਆ, ਮੈਨੂੰ ਇੰਕਰੀਮੈਂਟ ਮਿਲ ਜਾਵੇਗੀ। ਅਖਤਰ ਨੇ ਅੱਗੇ ਮੈਨੂੰ ਇੰਕਰੀਮੈਂਟ ਮਿਲ ਜਾਵੇਗੀ। ਜਾਨੀ ਨੇ ਬੇਲਚਾ ਚੁੱਕਿਆ ਤੇ ਛੱਡ ਕੇ ਪਹਾੜ ਦੀ ਤਲਹਿਟੀ ਤੇ ਰਸਤਾ ਬਣਾਉਣ ਲੱਗ ਪਿਆ। ਉੱਥੇ ਇੱਕ ਸਾਹਮਣੇ ਘਰ ਸੀਗਾ, ਉੱਥੇ ਤਲਹਿਟੀ ਦੇ ਉੱਪਰ ਜਾਣਾ ਚਾਹੁੰਦੇ ਆ। ਕਿਸੇ ਪੱਥਰ ਦੇ ਪੈਰ ਆ ਜਾਣ ਕਰਕੇ ਉਹ ਇੰਝ ਤਿਲਕਿਆ ਕਿ ਹੱਥ ਹੇਠ ਜਾ ਕੇ ਗੋਡਿਆਂ ਤੀਕ ਬਰਫ਼ ਵਿੱਚ ਧਸ ਗਿਆ। ਉਹ ਬੜੀ ਮੁਸ਼ਕਲ ਨਾਲ ਸੰਭਲਿਆ। ਅਖਤਰ ਤੇ ਮਹੇਸ਼ 3-4 ਡੱਬੇ ਚੁੱਕੀ ਜਾਨੀ ਦੇ ਪਿੱਛੇ ਤੁਰ ਪਏ। ਮੁਸ਼ਕਲ ਸੀ ਤਾਂ ਗੁਲਹਿਮਾ ਦੀ ਅੱਗ ਜਿੰਨੀ ਨੇੜੇ ਸੀ ਰਸਤਾ ਓਨਾ ਹੀ ਔਖਾ। ਦਸੌਂਧਾ ਸਿੰਘ ਨੇ ਕਿੱਕਰ ਸਿੰਘੀ ਡੱਬੀ ਵਿੱਚ ਰੱਖ ਲਈ ਤੇ ਫਿਰ ਗੁਲਹਿਮਾ ਨੂੰ ਆਖਿਆ, ਪਰਹੇਜੀ ਫੁਲਕੀਆਂ ਖਾਣ ਵਾਲੇ ਤੈਨੂੰ ਕਿਵੇਂ ਚੁੱਕ ਸਕਦੇ ਸਨ। ਗੁੱਲੇ ਦੀ ਹਿਮਾ
ਕਿਵੇਂ ਤੈਨੂੰ ਚੁੱਕ ਸਕਦੇ ਸਨ। ਗੁੱਲੇ ਦੀ ਜਾਨ ਵਾਹਿਗੁਰੂ ਦੀ ਸਹੁੰ, ਤੈਨੂੰ ਚੁੱਕ ਕੇ ਲੈ ਚੱਲਣ ਦਾ ਕੰਮ ਤਾਂ ਤੰਦੂਰੀ ਰੋਟੀਆਂ ਖਾਣ ਵਾਲਾ ਹੀ ਕਰ ਸਕਦਾ ਹੈ, ਡਰੇਂਗੀ ਤਾਂ ਨਹੀਂ ਗੁੱਲੇ ਦੀ ਜਾਨ। ਇਹ ਅਸਲ ਦੇ ਵਿੱਚ ਇਹ ਹੈ ਕਿ ਜਦੋਂ ਵਕਤ ਪੈਂਦਾ ਹੈਗਾ ਤਾਂ ਸਾਰੇ ਛੱਡ ਜਾਂਦੇ ਆ, ਅਤੇ ਉਹ ਜਿਹੜੇ ਨਾਟਕ ਦੇ ਦੋਨੇ ਬਾਕੀ ਦੇ ਸੀਗੇ ਬੰਦੇ ਉਹ ਦੋਨੇ ਚਲੇ ਗਏ, ਅਤੇ ਜਿਹੜੀ ਉਹਦੀ ਹੀਰੋਇਨ ਸੀਗੀ ਗੁਲਹੀਮਾ ਉਹ ਪਿੱਛੇ ਰਹਿ ਗਈ ਸੀ। ਉਹਨੂੰ ਦਸੌਂਧਾ ਸਿੰਘ ਚੁੱਕ ਕੇ ਲੈ ਕੇ ਜਾਂਦਾ ਉੱਥੇ ਤੱਕ। ਹੁਣ ਗੁਲਹੀਮਾ ਦਸੌਂਧਾ ਸਿੰਘ ਦੀਆਂ ਬਾਹਾਂ ਵਿੱਚ ਸੀ ਅਤੇ ਉਹਨੂੰ ਚੁੱਕ ਕੇ ਉੱਥੇ ਲੈ ਜਾਂਦਾ, ਅਤੇ ਉਹ ਬੁਲਬੁਲ ਦੀ ਲੈਲਟਨ ਲੇਡੀ ਅਤੇ ਜੈਂਟਲਮੈਨ ਉਹ ਇੱਕ ਦੂਜੇ ਨੂੰ ਉਹਨੂੰ ਲੈ ਕੇ ਉਹ ਤਲਹੇਟੀ ਤੱਕ ਚਲੇ ਜਾਂਦੇ। ਅਲਾਓ ਵਾਲੇ ਬੁੱਢੇ ਗੁੱਜਰ ਨੇ ਆਪਣਾ ਨਾਂ ਰਹੀਮੂ ਦੱਸਿਆ। ਉਹਦਾ ਜੱਤਲ ਕੁੱਤਾ ਭੌਂਕ ਰਿਹਾ ਸੀਗਾ। ਜਿਹੜੇ ਪ੍ਰਾਹੁਣੇ ਆਏ ਉਹਨਾਂ ਦਾ ਸਵਾਗਤ ਕਰ ਰਿਹਾ ਸੀਗਾ। ਦਸੌਂਧਾ ਸਿੰਘ ਦੀ ਜਵਾਨੀ ਬਰਫ਼ ਵਿੱਚ ਗੱਡੀ ਫਸਲ ਦੀ ਕਹਾਣੀ ਸੁਣ ਕੇ ਰਹੀਮੂ ਨੇ ਕਿਹਾ, ਬਰਫ਼ ਤੋਂ ਬਚਾਓ ਦੇ ਵਾਸਤੇ ਅੱਗ ਸਭਨਾਂ ਨੂੰ ਨਸੀਬ ਹੋਵੇ। ਕਹਿੰਦਾ ਵੀ ਜੇ ਬਰਫ਼ ਤੋਂ ਬਚਣਾ, ਠੰਡ ਤੋਂ ਬਚਣਾ ਤਾਂ ਅੱਗ ਸਾਰਿਆਂ ਲਈ ਜ਼ਰੂਰੀ ਹੈ। ਅਤੇ ਜਿਵੇਂ ਡੱਬੂ ਨੇ ਵੀ ਆਪਣੀ ਲੰਬੀ ਆਵਾਜ਼ ਵਿੱਚ ਆਪਣੇ ਮਾਲਕ ਦਾ ਸਮਰਥਨ ਕੀਤਾ, ਦਸੌਂਧਾ ਸਿੰਘ ਨੇ ਡੱਬ ਦੇ ਚੋਂ ਕਿੱਕਰ ਸਿੰਘੀ ਕੱਢੀ ਅਤੇ ਜੇਬ ਚੋਂ ਸ਼ੀਸ਼ੇ ਦਾ ਗਲਾਸ। ਉਹਨੇ ਕਿਹਾ, ਓਏ ਚਾਚਾ ਰਹੀਮੂ, ਇਹ ਸਾਡੀ ਅੱਗ ਹੈ। ਸ਼ਰਾਬ ਕੱਢ ਲਈ ਅਤੇ ਉਹ ਪੀਣੇ ਸ਼ੁਰੂ ਕਰਤਾ। ਅਸੀਂ ਤਾਂ ਪਟਿਆਲੇ ਪੈਗ ਛਕਾਂਗੇ। ਉਹਨੇ ਪੈਗ ਪੇਸ਼ ਕਰਦੇ ਹੋਏ ਕਿਹਾ, ਪਹਿਲਾਂ ਤੂੰ ਹੀ ਸਾਡੀ ਅੱਗ ਦਾ ਭੋਗ ਲਾ ਗੁੱਲੇ ਦੀ ਜਾਨ। ਇਸ਼ਾਰਾ ਸਮਝ ਕੇ ਚਾਚਾ ਰਹੀਮੂ 4 ਕਟੋਰੀਆਂ ਤੇ ਪਾਣੀ ਦਾ ਲੋਟਾ ਚੁੱਕ ਲਿਆਇਆ। ਪਹਿਲਾਂ ਪੈਗ ਗੁਲਹੀਮਾ ਦੇ ਹੱਥ ਵਿੱਚ ਪਹੁੰਚ ਚੁੱਕਾ ਸੀ ਅਤੇ ਫਿਰ ਸਭਨਾਂ ਨੇ ਆਪਣੇ ਆਪਣੇ ਪੈਗ ਮਿਲ ਗਏ। ਚਾਚਾ ਰਹੀਮੂ ਇਹਦੇ ਲਈ ਤਿਆਰ ਨਾ ਹੋਇਆ। ਦਸੌਂਧਾ ਸਿੰਘ ਨੇ ਕਿੱਕਰ ਸਿੰਘੀ ਦੇ 4 ਘੁੱਟ ਭਰ ਕੇ ਕਿਹਾ, ਓਏ ਚਾਚਾ ਚਿੱਟ ਦਾੜੀਆ ਪੀਰ ਚਿੱਟੇ ਘੋੜੇ ਤੇ ਚੜ੍ਹ ਕੇ ਸਾਡੀ ਮੁਸ਼ਕਿਲ ਆਸਾਨ ਕਰਨ ਕਿਉਂ ਨਾ ਆਇਆ? ਕੀ ਅੱਜ ਕੱਲ੍ਹ ਪੀਰ ਘੋੜੇ ਦੀ ਸਵਾਰੀ ਦੇ ਕਾਬਲ ਨਹੀਂ ਰਿਹਾ? ਉੱਥੋਂ ਦਾ ਜਿਹੜਾ ਸਥਾਨਕ ਪੀਰ ਹੈਗਾ ਲੋਕ ਵਿਸ਼ਵਾਸ ਦੇ ਵਿੱਚ ਉਹਦੀ ਗੱਲ ਕਰਨ ਲੱਗੇ। ਚਾਚਾ ਰਹੀਮੂ ਬੋਲੇ, ਸਰਦਾਰੋ, ਬਹਾਰ ਸ਼ੁਰੂ ਹੋਣ ਤੋਂ ਜਦ ਬਰਫ਼ ਗਲਣ ਲੱਗਦੀ ਏ, ਪੀਰ ਆਪਣੇ ਚਿੱਟੇ ਘੋੜੇ ਤੇ ਚੜ੍ਹ ਕੇ ਅਸਾਂ ਲੋਕਾਂ ਦੀ ਆਪਣੀ ਸੂਰਤ ਦਿਖਾਉਂਦਾ ਹੈ। ਫਿਰ ਪੀਰ ਦਾ ਰਸਤਾ ਖੁੱਲ੍ਹਦਾ ਹੈ। ਪਰ ਹੁਣ ਤਾਂ ਪੀਰ ਦੀ ਸੁਰੰਗ ਬਣ ਗਈ ਅਤੇ ਪੀਰ ਦੀ ਸੜਕ 12 ਮਹੀਨੇ ਚੱਲਦੀ। ਉਹ ਪਹਾੜੀ ਜਿਹਦੇ ਵਿੱਚ ਦੀ ਸੁਰੰਗ ਕੱਢੀ ਗਈ ਹੈ ਉਹਦਾ ਨਾਂ ਹੀ ਇਸ ਦਿਨਾਂ 'ਤੇ ਰੱਖਿਆ ਗਿਆ। ਦਸੌਂਧਾ ਸਿੰਘ ਨੇ ਆਪਣੀ ਕਟੋਰੀ 'ਚ 2 ਘੁੱਟ ਭਰ ਕੇ ਕਿਹਾ, ਓਏ ਚਾਚਾ, ਪੀਰ ਦੀ ਮਰਜ਼ੀ ਨਾ ਹੁੰਦੀ ਤਾਂ ਸੁਰੰਗ ਨਾ ਬਣਦੀ। ਵਾਹਿਗੁਰੂ ਦੀ ਸਹੁੰ, ਮੁਸਾਫਰਾਂ ਨੂੰ ਗੱਡੀ ਵਿੱਚ ਬੈਠੇ ਵੇਖ ਕੇ ਉਹ ਆਰਾਮ ਤਲਬ ਹੋ ਗਿਆ। ਉਹਨੇ ਘੋੜੇ ਦੀ ਸਵਾਰੀ ਛੱਡ ਦਿੱਤੀ। ਜਾਨੀ ਨੇ ਝੂਮ ਕੇ ਕਿਹਾ, ਪੀਰ ਦੀ ਬਰਫ਼ ਜੈਸੀ ਚਿੱਟੀ ਦਾੜੀ ਹੋ ਗਈ, ਜਵਾਨੀ ਦਾ ਜ਼ੋਰ ਨਾ ਰਿਹਾ। ਅਖਤਰ ਕਿਹਾ, ਪੀਰ ਬੈਠ ਗਿਆ ਅਤੇ ਉਹਨੇ ਕਿਹਾ, ਮੇਰੇ ਉੱਪਰੋਂ ਜਾਂਦੇ ਹੋ ਤਾਂ ਮੇਰੀ ਛਾਤੀ ਵਿੱਚ ਛੇਕ ਪਾ ਕੇ ਲੰਘ ਜਾਵੋ, ਤਦ ਰਸਤਾ ਮਿਲਿਆ। ਕਹਿੰਦਾ ਵੀ ਉਹ ਜਿਹੜੀ ਪਹਾੜੀ ਦਾ ਨਾਂ ਹੀ ਇਹ ਉਸ ਪੀਰ ਦੇ ਨਾਂ 'ਤੇ ਸੀਗਾ। ਕਹਿੰਦਾ ਵੀ ਤੁਸੀਂ ਮੇਰੀ ਪਹਾੜੀ ਦੇ ਉੱਪਰ ਦੀ ਲੰਘਦੇ ਹੋ, ਇਹਦੀ ਬਜਾਏ ਤੁਸੀਂ ਮੇਰੇ ਵਿੱਚ ਦੀ ਇੱਕ ਸੁਰੰਗ ਬਣਾ ਲਓ। ਸੁਰੰਗ ਬਣਾ ਕੇ ਅਤੇ ਸ਼੍ਰੀਨਗਰ ਤੱਕ ਤੁਸੀਂ ਆਪਣਾ ਰਸਤਾ ਨਿਸ਼ਚਿਤ ਕਰ ਲਓ, ਤਾਂ ਕਿ ਤੁਹਾਨੂੰ ਬਰਫ਼ ਦੇ ਮੌਸਮ ਦੇ ਠੰਡ ਦੇ ਮੌਸਮ ਵਿੱਚ ਸੌਖ ਰਹੇ ਜਾਣ ਆਉਣ ਦੀ। ਮਹੇਸ਼ ਵੀ ਚੁੱਪ ਨਾ ਰਹਿ ਸਕਿਆ। ਲੋਕਾਂ ਦਾ ਖਿਆਲ ਸੀ ਪੀਰ ਦੀ ਛਾਤੀ ਵਿੱਚ ਛੇਕ ਕਰਨ ਨਾਲ ਇੰਨਾ ਪਾਣੀ ਨਿਕਲੇਗਾ ਕਿ ਵਾਦੀ ਡੁੱਬ ਜਾਵੇਗੀ ਅਤੇ ਮੁੜ ਝੀਲ ਬਣ ਜਾਵੇਗੀ ਜਿਵੇਂ ਪਹਿਲੇ ਜ਼ਮਾਨੇ ਵਿੱਚ ਸੀ। ਪਰ ਅਜਿਹਾ ਕੋਈ ਮੁਸੀਬਤ ਨਾ ਆਈ। ਕਹਿੰਦੇ ਵੀ ਐਂ ਸੀਗਾ ਕਿ ਪਹਾੜੀ ਨੂੰ ਜਦੋਂ ਚੀਰਨਗੇ ਉਹਦੇ ਵਿੱਚੋਂ ਪਾਣੀ ਨਿਕਲੂਗਾ, ਪਾਣੀ ਦੇ ਨਾਲ ਹੜ੍ਹ ਆ ਜਾਣਗੇ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਈ। ਗੁਲਹੀਮਾ ਨੇ ਮੁਸਕਰਾ ਕੇ ਕਿਹਾ, ਮੈਂ ਕਹਿੰਦੀ ਹਾਂ ਛੱਡੋ ਇਹ ਕਿੱਸਾ। ਠੰਡ ਆਖਦੀ ਹੈ ਅੱਜ ਹੀ ਪਵਾਂਗੀ ਅਤੇ ਭੁੱਖ ਆਖਦੀ ਹੈ ਅੱਜ ਹੀ ਲੱਗਾਂਗੀ। ਕਿੱਕਰ ਸਿੰਘੀ ਦੇ ਨਾਲ ਉਹਨਾਂ ਡੱਬਿਆਂ ਵਿੱਚ ਭਰਿਆ ਖਾਣ ਪੀਣ ਦਾ ਸਮਾਨ ਮੁਕਾ ਦਿੱਤਾ। ਦਸੌਂਧਾ ਸਿੰਘ ਨੇ ਨਸ਼ੇ ਵਿੱਚ ਝੂਮ ਕੇ ਕਿਹਾ, ਜਾਨੀ ਹੁਣ ਤੂੰ ਡਾਇਰੈਕਟਰ ਬਣ ਗਿਆ। ਕਹਿੰਦਾ ਵੀ ਜਾਨੀ ਹੁਣ ਤੂੰ ਡਰਾਈਵਰ ਬਣ ਗਿਆ। ਕਹਿੰਦਾ ਵੀ ਤੂੰ ਪੂਰਾ ਡਰਾਈਵਰ ਬਣ ਲੱਗਦਾ ਹੁਣ ਤਾਂ। ਚਾਚਾ ਰਹੀਮੂ ਅਲਾਓ ਵਿੱਚ ਲੱਕੜੀ ਪਾ ਰਿਹਾ ਸੀ। ਦਸੌਂਧਾ ਸਿੰਘ ਨੇ ਪੱਗ ਲਾ ਕੇ ਗਲ ਵਿੱਚ ਪਾ ਲਈ ਅਤੇ ਕੇਸਾਂ ਦਾ ਜੂੜਾ ਬੰਨ੍ਹਦਾ ਹੋਇਆ ਬੋਲਿਆ, ਮੇਰੀ ਦਾੜੀ ਦਾ ਤਾਂ ਹਾਲੇ ਖਿਚੜੀ ਖਾ ਰਹੀ ਹੈ ਗੁੱਲੇ ਦੀ ਜਾਨ, ਪਰ ਮੇਰੇ ਕੇਸਾਂ ਉੱਤੇ ਪੀਰ ਦੀ ਬਰਫ਼ ਪੈ ਗਈ ਹੈ। ਕੁੜੀਏ ਨੀ ਗੁੱਲ ਦੀਏ ਜਾਣੀਏ, ਹੁਣ ਤਾਂ ਪੀਰ ਦੀ ਬਰਫ਼ ਹੋਰ ਵੀ ਪਵੇਗੀ। ਵਾਹਿਗੁਰੂ ਦੀ ਸਹੁੰ, ਹਾਲੇ ਤਾਂ ਸਾਡੇ ਡੋਲਿਆਂ ਵਿੱਚ ਜਾਣੇ। ਇਹ ਆਖਦਿਆਂ ਉਹਨੇ ਆਪਣੇ ਕਟੋਰੀ 'ਚੋਂ ਆਖਰੀ ਤੇ 3 ਘੁੱਟਾਂ ਜੱਤਲ ਦੇ ਮੂੰਹ ਵਿੱਚ ਪਾ ਦਿੱਤੀਆਂ ਅਤੇ ਜੱਤਲ ਚੌਂ ਕਰਕੇ ਦਸੌਂਧਾ ਸਿੰਘ ਦਾ ਸ਼ੁਕਰੀਆ ਅਦਾ ਕਰਨ ਲੱਗ ਪਿਆ। ਥੋੜ੍ਹੀ ਜਿਹੀ ਉਹਨਾਂ ਨੇ ਡਰਿੰਕ ਜਿਹੜੀ ਉਹ ਕੁੱਤੇ ਨੂੰ ਵੀ ਦਿੱਤੀ। ਗੁਲਹੀਮਾ ਹੱਸ ਕੇ ਬੋਲੀ, ਅਸਾਂ ਹਾਲੇ ਬਹੁਤ ਸਾਰੇ ਡਰਾਮੇ ਖੋਲ੍ਹਣੇ ਨੇ, ਅਤੇ ਉਹਨੇ ਪੈਗ ਖਾਲੀ ਕਰ ਦਿੱਤਾ। ਦਸੌਂਧਾ ਸਿੰਘ ਨੇ ਉਹਦੇ ਗਲਾਸ ਵਿੱਚ ਕਿੱਕਰ ਸਿੰਘੀ ਪਾਈ ਤਾਂ ਉਹ ਘੁੱਟ ਭਰ ਕੇ ਬੋਲੀ, ਹਾਲੇ ਤਾਂ ਅਸਾਂ ਬਹੁਤ ਦੂਰ ਜਾਣਾ ਹੈ। ਕੁੜੀਏ ਨੀ ਸਾਡੀ ਗੁਲਦੀਏ ਜਾਨੀ ਹੈ। ਦਸੌਂਧਾ ਸਿੰਘ ਨੇ ਝੂਮ ਕੇ ਆਖਿਆ, ਤੂੰ ਵੀ ਮਾਇਆ ਹੈ ਬੇਅੰਤ, ਅਕਾਲ ਪੁਰਖ ਦੀ ਮਾਇਆ ਵੇਖਾਂ ਜਾਂ ਤੇਰੀ। ਵਾਹਿਗੁਰੂ ਦੀ ਸਹੁੰ ਗੁੱਲੇ ਦੀ ਜਾਨ, ਆਪਣਾ ਹੀ ਹਾਲ ਲਿਖਾਏਗੀ ਡਰਾਮਾ ਨਵੀਸ ਤੋਂ, ਜਾਂ ਸਾਡਾ ਹਾਲ ਵੀ
ਰਹੇਗਾ ਸੋਹਣਿਓ। ਕਹਿੰਦਾ ਵੀ ਸਾਡੇ ਸਧਾਰਨ ਲੋਕਾਂ ਦਾ ਵੀ ਤੇ ਡਰਾਮੇ ਦੇ ਵਿੱਚ ਜ਼ਿਕਰ ਹੋਊਗਾ ਕਿ ਨਹੀਂ। ਇਹ ਸੁਣ ਕੇ ਸਾਰੇ ਹੱਸ ਪਏ। ਇੰਝ ਪ੍ਰਤੀਤ ਹੁੰਦਾ ਸੀ ਸਭ ਦੀਆਂ ਗੱਲਾਂ ਮੁੱਕ ਗਈਆਂ। ਦਗੜ ਦਗੜ ਕਰਦੀ ਨੀਂਦ ਆ ਰਹੀ ਸੀ। ਕੁੱਤਾ ਬੜੇ ਪਿਆਰ ਨਾਲ ਪੂਛ ਹਿਲਾਉਂਦਾ ਹੋਇਆ ਦਸੌਂਧਾ ਸਿੰਘ ਦੇ ਸਰੀਰ ਨਾਲ ਆਪਣਾ ਸਰੀਰ ਰਗੜ ਰਿਹਾ ਸੀ। ਸਭ ਉਂਗਲ ਲੱਗ ਪਏ। ਸਭ ਤੋਂ ਪਹਿਲਾਂ ਚਾਚਾ ਰਹੀਮੂ ਦੇ ਘਰਾੜੇ ਸੁਣਨ ਲੱਗੇ ਜਿਵੇਂ ਉਹ ਪੀਰ ਪੰਚਾਲ ਹੋਵੇ। ਪੀਰ ਪੰਚਾਲ ਉਸ ਪਹਾੜੀ ਦਾ ਨਾਂ ਹੈਗਾ ਬੱਚਿਓ, ਜਿਸ ਪਹਾੜੀ ਦੇ ਵਿੱਚੋਂ ਇਹ ਸੁਰੰਗ ਖੋਦੀ ਗਈ ਹੈ। ਦਸੌਂਧਾ ਸਿੰਘ ਦੀ ਅੱਖ ਨਾਲ ਲੱਗੀ ਜੱਤਲ ਕੁੱਤਾ ਲਗਾਤਾਰ ਉਹਦੇ ਨਾਲ ਆਪਣਾ ਜਿਹੜਾ ਸਰੀਰ ਆ ਉਹ ਰਗੜ ਰਿਹਾ ਸੀ। ਦਸੌਂਧਾ ਸਿੰਘ ਨੇ ਕਿੱਕਰ ਸਿੰਘੀ ਦਾ ਆਖਰੀ ਪੈਗ ਉਹਦੇ ਮੂੰਹ ਵਿੱਚ ਉਲਟਾਉਂਦੇ ਹੋਏ ਕਿਹਾ, ਲੈ ਓਏ ਪੁੱਤਰਾ ਮਜ਼ੇ ਨਾਲ ਛਵੀ ਅੱਜ। ਤੇ ਜਿਵੇਂ ਪੀਰ ਪੰਚਾਲ ਮਿਲੇ ਸੁਪਨੇ ਵਿੱਚ ਤਾਂ ਆਖੀ, ਓਏ ਪੀਰਾ ਫਕੀਰਾ ਤੇਰੇ ਰਾਜ ਵਿੱਚ ਦਸੌਂਧਾ ਸਿੰਘ ਡਰਾਈਵਰ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਜੱਤਲ ਬਹੁਤ ਅਹਿਸਾਨ ਭਰੀਆਂ ਨਿਗਾਹ ਨਾਲ ਦਸੌਂਧਾ ਸਿੰਘ ਵੱਲ ਤੱਕਣ ਲੱਗ ਪਿਆ ਤੇ ਫਿਰ ਉਹ ਵੀ ਸੌਂ ਗਿਆ। ਦਸੌਂਧਾ ਸਿੰਘ ਗੁਣਗੁਣਾਉਣ ਦਾ ਲੱਗ ਪਿਆ, ਤੇਰੇ ਸਾਹਮਣੇ ਬੈਠ ਕੇ ਰੋਣਾ ਤੇ ਦੁੱਖ ਤੈਨੂੰ ਨਹੀਂ ਦੱਸਣਾ। ਦਸੌਂਧਾ ਸਿੰਘ ਦੀ ਨਿਗਾਹ ਮੁੜ ਗੁਲਹਿਮਾ ਵੱਲ ਉੱਠ ਜਾਂਦੀ ਤਾਂ ਉਹਦਾ ਚਿਹਰਾ ਬੁਝਦੀ ਅੱਗ ਦੀ ਰੋਸ਼ਨੀ ਵਿੱਚ ਹੋਰ ਵੀ ਪਿਆਰਾ ਲੱਗ ਰਿਹਾ ਸੀ, ਜਿਵੇਂ ਅੱਗ ਬਰਫ਼ ਵਿੱਚ ਧਸ ਰਹੀ ਹੋਵੇ ਤੇ ਬਰਫ਼ ਅੱਗ ਵਿੱਚ ਉਤਰ ਰਹੀ ਹੋਵੇ। ਉਹਦਾ ਜੀ ਵਿੱਚ ਤਾਂ ਆਇਆ ਕਿ ਉਹਨੂੰ ਜਗਾ ਕੇ ਉਹਦੀ ਕਹਾਣੀ ਸੁਣੇ, ਪਰ ਉਹ ਇਹ ਸੋਚ ਕੇ ਚੁੱਪ ਹੋ ਰਿਹਾ ਸੀ ਕਿ ਇਸ ਸੜਕ ਤੇ ਪਤਾ ਨਹੀਂ ਕਿੰਨੀ ਵੇਰ ਲਾਲਾ ਰੁੱਖ ਸਿੰਘ ਕਿਸ ਰੂਪ ਵਿੱਚ ਦਰਸ਼ਨ ਦੇਵੇਗੀ। ਉਹਦੀ ਨਿਗਾਹ ਗੁਲਹਿਮਾ ਵੱਲ ਉੱਠ ਜਾਂਦੀ ਤਾਂ ਉਹਦਾ ਹੱਥ ਆਪਣੇ ਆਪ ਕੁੱਤੇ ਸੁੱਤੇ ਪਏ ਜੱਤਲ ਦੀ ਪਿੱਠ ਤੇ ਫਿਰਨ ਲੱਗ ਪੈਂਦਾ। ਉਹਨੂੰ ਨੀਂਦ ਨਹੀਂ ਸੀ ਆ ਰਹੀ। ਗੁਲਹਿਮਾ ਨੇ ਪਾਸਾ ਪਰਤ ਕੇ ਅੱਧ ਖੁੱਲੀਆਂ ਅੱਖਾਂ ਨਾਲ ਦਸੌਂਧਾ ਸਿੰਘ ਵੱਲ ਤੱਕਿਆ, ਜਿਹੜਾ ਟਿਕੀ ਲਾ ਕੇ ਉਹਨੂੰ ਵੇਖ ਰਿਹਾ ਸੀ। ਵਿਦਿਆਰਥੀਓ, ਇੱਥੇ ਕਹਾਣੀ ਖਤਮ ਹੋ ਗਈ ਹੈ ਔਰ ਇਸ ਕਹਾਣੀ ਦੇ ਵਿੱਚ ਕੁਦਰਤ ਨਾਲ ਹਿੰਮਤ ਨਾਲ ਕਿਸ ਤਰ੍ਹਾਂ ਮੁਕਾਬਲਾ ਕੀਤਾ ਉਹਨਾਂ ਲੋਕਾਂ ਨੇ ਉਹਦੇ ਬਾਰੇ ਗੱਲ ਕੀਤੀ ਹੈ। ਹੁਣ ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹਾਂ। ਕਹਿੰਦੇ ਆਪਾਂ ਦੇਖਿਆ ਕਿ ਮਨੁੱਖ ਦਾ ਕੁਦਰਤ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ। ਪਹਿਲਾਂ ਤੋਂ ਹੀ ਸੰਘਰਸ਼ ਜਾਰੀ ਸੀਗਾ ਇਹ। ਜਦੋਂ ਤੋਂ ਮਨੁੱਖ ਜਾਤੀ ਸ਼ੁਰੂ ਹੋਈ ਹੈ, ਕੁਦਰਤ ਨਾਲ ਲੜ ਕੇ ਕੁਦਰਤ ਤੇ ਵਿਜੇ ਪ੍ਰਾਪਤ ਕਰਕੇ ਉਹਨੇ ਆਪਣੀ ਸੁੱਖ ਸੁਵਿਧਾਵਾਂ ਤਿਆਰ ਕਰ ਲਈਆਂ ਸੀਗੀਆਂ ਤੇ ਪਰ ਹਜੇ ਵੀ ਕੁਦਰਤ ਦਾ ਕਹਿਰ ਹੈ। ਕਿਤੇ ਨਾ ਕਿਤੇ ਮਨੁੱਖ ਨੂੰ ਉਹਦਾ ਸਾਹਮਣਾ ਕਰਨਾ ਪੈਂਦਾ ਹੈ। ਕੁਦਰਤੀ ਕਹਿਰ ਅੱਗੇ ਅੰਤਮ ਪਲਾਂ ਨੇੜੇ ਆਉਂਦਿਆਂ ਦੇਖ ਕੇ ਕਹਾਣੀ ਦੇ ਪਾਤਰ ਆਪਣੀ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਯਾਦ ਕਰਦੇ ਆ, ਆਪਣੇ ਮਨ ਦੀਆਂ ਇੱਛਾਵਾਂ ਨੂੰ ਪ੍ਰਗਟ ਕਰਦੇ ਆ। ਕਹਾਣੀਕਾਰ ਨੇ ਪ੍ਰਤੀਕਾਤਮਕ ਸ਼ੈਲੀ ਰਾਹੀਂ ਜ਼ਿੰਦਗੀ ਦੇ ਬਹੁਤ ਸਾਰੇ ਛੁਪੇ ਹੋਏ ਅਰਥਾਂ ਦੀ ਪੇਸ਼ਕਾਰੀ ਕੀਤੀ ਹੈ। ਕਹਾਣੀ ਦੇ ਅਖੀਰ ਵਿੱਚ ਮਨੁੱਖ ਕੁਦਰਤੀ ਕਹਿਰ ਉੱਤੇ ਸਫਲਤਾਪੂਰਵਕ ਕਾਬੂ ਪਾ ਲੈਂਦਾ, ਉਹਨੂੰ ਉੱਤੇ ਜਿੱਤ ਹਾਸਲ ਕਰ ਲੈਂਦਾ। ਕੁਦਰਤੀ ਕਹਿਰ ਉੱਤੇ ਸਫਲਤਾਪੂਰਵਕ ਕਾਬੂ ਪਾ ਕੇ ਅੱਗੇ ਵੱਧਦਾ ਦਿਖਾਈ ਦਿੰਦਾ ਹੈ। ਕਹਾਣੀ ਦਾ ਸਫ਼ਰ ਨਿਰਾਸ਼ਾ ਤੋਂ ਆਸ਼ਾ ਵੱਲ ਤੁਰਦਾ ਹੋਇਆ ਆਪਣੇ ਅੰਤਮ ਪੜਾਅ ਤੇ ਪਹੁੰਚਦਾ ਹੈ। ਕਹਾਣੀ ਦੇ ਪਾਤਰਾਂ ਦੀ ਆਪਸੀ ਗੱਲਬਾਤ ਵਿੱਚੋਂ ਜ਼ਿੰਦਗੀ ਦੇ ਗਹਿਰ ਗੰਭੀਰ ਅਰਥਾਂ ਦੀ ਵਿਆਖਿਆ ਹੋਈ ਮਿਲਦੀ ਹੈ। ਸੋ ਵਿਦਿਆਰਥੀਓ, ਇਸ ਕਹਾਣੀ ਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹੋ। ਆਪਾਂ ਆਉਣ ਵਾਲੇ ਲੈਕਚਰ ਦੇ ਵਿੱਚ ਅਗਲੀ ਕਹਾਣੀ ਦੀ ਗੱਲ ਕਰਾਂਗੇ। ਇਹ ਕਹਾਣੀ ਥੋੜ੍ਹੀ ਜਿਹੀ ਤੁਹਾਨੂੰ ਚੰਗੀ ਤਰ੍ਹਾਂ ਸੁਣ ਕੇ, ਚੰਗੀ ਤਰ੍ਹਾਂ ਪੜ੍ਹ ਕੇ ਹੀ ਇਹਦੇ ਅਰਥਾਂ ਦੀ ਸਮਝ ਲੱਗੂਗੀ। ਧਿਆਨ ਨਾਲ ਸੁਣਿਓ। ਔਰ ਇੱਕ ਮਨੁੱਖ ਦੀ ਜਿਹੜੀ ਕੁਦਰਤ ਦੇ ਖਿਲਾਫ ਜੰਗ ਹੈਗੀ ਹੈ, ਉਹ ਕਿਸ ਢੰਗ ਨਾਲ ਲੜੀ ਗਈ ਹੈ ਔਰ ਕਿਸ ਤਰ੍ਹਾਂ ਮਨੁੱਖ ਆਪਣੇ ਬਾਰੇ ਸੋਚਦਾ ਹੈ, ਦੂਸਰਿਆਂ ਬਾਰੇ ਸੋਚਦਾ ਹੈ ਔਰ ਆਪਣੀਆਂ ਦਬੀਆਂ ਭਾਵਨਾਵਾਂ ਦਾ ਜ਼ਿਕਰ ਕਿਸ ਢੰਗ ਨਾਲ ਕਰਦਾ ਹੈ, ਇਸ ਕਹਾਣੀ ਦੇ ਵਿੱਚ ਉਹਦਾ ਜ਼ਿਕਰ ਕੀਤਾ ਗਿਆ। ਅਗਲੇ ਦਿਨਾਂ ਦੇ ਵਿੱਚ ਅਗਲੀਆਂ ਕਹਾਣੀ ਦੀ ਆਪਾਂ ਗੱਲ ਕਰਾਂਗੇ। ਅੱਜ ਦਾ ਲੈਕਚਰ ਆਪਾਂ ਇੱਥੇ